सत श्री अकाल जी। वाहिगुरू जी का खालसा, वाहिगुरू जी की फतेह। मैं जसविंदर सिंह सिद्धू अज टोरंटो GTA तो हाज़र हाँ। अज असी तुहानू जिवें तुसी पिछे पढ़ रहे हो गुरफतेह सेवा सेंटर के दर्शन करवाउण जा रहे हैं। इस विच बहुत सारा साडा विरसा, साडा धर्म नाल संबंधित लिटरेचर, फलसफा ਅਤੇ ਸਾਡੇ ਧਰਮ ਨਾਲ ਸੰਬੰਧਿਤ ਹੋਰ ਬਹੁਤ ਸਾਰੀਆਂ ਵਸਤੂਆਂ, ਚੀਜ਼ਾਂ, ਕਿਤਾਬਾਂ ਦੇ ਰੂਪ ਦੇ ਵਿੱਚ ਅਤੇ ਹੋਰ ਅਲੱਗ-ਅਲੱਗ ਰੂਪਾਂ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਜੋ ਤੁਹਾਡੇ ਲਈ ਇੱਥੇ ਮੌਜੂਦ ਨੇ। ਤੁਸੀਂ ਇੱਥੋਂ ਲੈ ਸਕਦੇ ਹੋ। ਅਗਰ ਤੁਸੀਂ ਗੁਰਬਾਣੀ ਪੜ੍ਹਨੀ ਹੈ, ਕਥਾ, ਸਾਖੀਆਂ ਜਾਂ ਹੋਰ ਪੰਜਾਬੀ ਦਾ ਸਾਹਿਤ ਨਾਲ ਸੰਬੰਧਿਤ ਵੀ ਇੱਥੇ ਕਾਫੀ ਜਿਹੜਾ ਹੈ ਮਸੌਦਾ ਮੌਜੂਦ ਹੈ। ਜਦੋਂ ਅਸੀਂ ਸਭ ਤੋਂ ਪਹਿਲਾਂ ਅੰਦਰ ਦਾਖਲ ਹੁੰਦੇ ਹਾਂ, ਦਾਖਲ ਹੋਣ ਤੋਂ ਬਾਅਦ ਜਿਵੇਂ ਅਸੀਂ ਆਮ ਗੁਰਧਾਮਾਂ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਹਾਂ ਤਾਂ ਆਪਣੇ ਜਿਹੜੇ ਜੁੱਤੀਆਂ ਤੁਹਾਨੂੰ ਉਹ ਇੱਥੇ ਉਤਾਰਨੀਆਂ ਪੈਂਦੀਆਂ ਨੇ। ਔਰ ਇੱਥੇ ਸਪੈਸ਼ਲ ਜਿਹੜਾ ਹੈ ਜੋੜਾ ਘਰ ਬਣਾਇਆ ਗਿਆ ਹੈ ਔਰ ਇੱਥੇ ਇਹ ਦਿਸ਼ਾ ਨਿਰਦੇਸ਼ ਵੀ ਲੱਗੇ ਹੋਏ ਨੇ। बिल्कुल गुरुद्वारा साहब के वांग इत्थे जोड़ा घर बने जी। और इस तो बाद तुसी अपने हत्थां नूं सुच्चे करन दे लई इत्थे पानी का पूरा इंतजाम है। हथ साफ करन तो बाद जिन्हां दे सिर ते दस्तार नहीं है वो तुसी इत्थों रुमाल लैके अपना जिहड़ा सिर है उसनूं कज सकदे हो। और इस तो बाद ये जिहड़ा मुख द्वार है जी, जिस तरह असी तुहानूं दिखाया जी, ये जोड़ा घर है। इत्थे तुसी अपने जुत्ते जिहड़े ने उतार के अपने हत्थ इत्थों साफ करने ने, सुच्चे करने ने। हत्थ साफ करन तो बाद सारे कागज़ां दा भी इंतज़ाम है और सारे संगत नूं बेनती की जाती है कि तुसी अपने सिर ढक के अंदर दाखिल होना है। जिन्हां कोल सिर ते दस्तार नहीं सजाई हुई या चुन्नी वगैरह नहीं भैणां कोल, मातावां कोल हुंदी, तुसी इत्थों रुमाल लैके अपना जिहड़ा ओह सिर ढक सकदे हो। और इस तो बाद जदों आपां अंदर इत्थे दाखिल होने आ तां बहुत सारा जिहड़ा तुहानूं धार्मिक जिहड़ा समान है फलसफे के रूप दे विच, वख-वख होर वस्तुओं के रूप दे विच वेखण नूं मिलेगा। सब तो पहला असीं तुहानूं बच्चों तो शुरू करते हैं। बच्चों के जन्म तो जदों ही बच्चा सुरत संभालता है, मापियां की कोशिश होंदी है चाहे किसी भी धर्म, बोली, जुबान दे विचों आए होण कि उन्हां दा जिहड़ा बच्चा है अपनी मात भाषा नूं जरूर पढ़ना अते बोलना और लिखना सीखे। सो इस अदारे ने भी ये कोशिश की हुई है कि बच्चों नूं गुरमुखी दे नाल जोड़न दे लई इत्थे भरपूर खजाना तुसीं वेख रहे हो किताबां दे रूप दे विच। और जिस तरह के भी बच्चे विषय पसंद करते हैं उन्हां सारियां विषयां दे नाल 35 तो लैके वख-वख कहानियां, चाहे वह धर्म दियां ने, चाहे बच्चों के नाल संबंधित ने, चाहे साडे गुरु साहिबान दे जिंदगी दे नाल उन्हां दे सिੱਖਿਆ निर्देश के नाल संबंधित ने, तुहानूं सारियां इत्थों मिल सकदियां ने।
ਅਤੇ ਗੁਰਮੁਖੀ ਦੇ ਨਾਲ ਹੀ ਔਰ ਸਿੱਖ ਧਰਮ ਦੇ ਨਾਲ ਹੀ ਸੰਬੰਧਿਤ ਜਿਹੜੇ ਸਾਡੇ ਕੈਲੰਡਰਸ ਨੇ ਅਤੇ ਹੋਰ ਬਹੁਤ ਕੁਝ ਤੁਹਾਨੂੰ ਇੱਥੋਂ ਮਿਲ ਸਕਦਾ ਹੈ। ਇਹ ਸਾਰੇ ਤੁਸੀਂ ਸਾਹਮਣੇ ਸ਼ਬਦ ਪੜ੍ਹ ਰਹੇ ਹੋ, ਮੇਰਾ ਸ਼ਬਦ ਭੰਡਾਰ, ਚਲੋ ਗੁਰਮੁਖੀ ਸਿੱਖੀਏ, ਪੰਜਾਬੀ ਮੁਹਾਰਨੀ ਅਤੇ ਹੋਰ ਜਿਹੜੀਆਂ ਬੱਚਿਆਂ ਦੀਆਂ ਖੇਡਾਂ ਵੀ ਹਨ ਉਹ ਵੀ ਗੁਰਮੁਖੀ ਦੇ ਨਾਲ ਸੰਬੰਧਿਤ ਹੀ ਤੁਸੀਂ ਇੱਥੋਂ ਲੈ ਸਕਦੇ ਹੋ। ਤੁਸੀਂ ਹੌਲੀ ਹੌਲੀ ਵੇਖੋਗੇ ਕਿ ਬਹੁਤ ਸਾਰੀਆਂ ਕੀਮਤੀ ਕਿਤਾਬਾਂ ਜਿਨ੍ਹਾਂ ਦੇ ਵਿੱਚ ਅਲਮੋਨ ਖਜ਼ਾਨਾ ਪ੍ਰਿੰਟ ਕੀਤਾ ਹੋਇਆ ਹੈ, ਜਿਵੇਂ ਇਹ ਰਾਗ ਰਤਨ ਦੀ ਹੈ ਔਰ ਇਹ ਵੱਖ-ਵੱਖ ਧਰਮਾਂ ਦੇ ਨਾਲ ਸੰਬੰਧਿਤ ਕਿਤਾਬਾਂ ਨੇ, ਔਰ ਨਿਹੰਗ ਸਿੰਘ, ਬਿਲਵਡ ਫੋਰਸਿਸ, ਸ਼੍ਰੀ ਅਨੰਦਪੁਰ ਸਾਹਿਬ ਅਤੇ ਇਸ ਦੇ ਨਾਲ ਹੋਰ ਬਹੁਤ ਕੀਮਤੀ ਕਿਤਾਬਾਂ ਤੁਹਾਨੂੰ ਬਹੁਤ ਹੀ ਵਾਜਿਬ ਰੇਟ ਦੇ ਵਿੱਚ ਇੱਥੋਂ ਮਿਲ ਸਕਦੀਆਂ ਨੇ। ਇਹ ਸ਼੍ਰੀ ਹੇਮਕੁੰਟ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ ਅਤੇ ਹੋਰ ਬਹੁਤ ਕੁਝ 100 ਸਾਲ ਦਾ ਇਤਿਹਾਸ ਦੀਆਂ ਕਿਤਾਬਾਂ ਵੀ ਇੱਥੇ ਮੌਜੂਦ ਨੇ, ਸਿੱਖ ਆਰਟ ਔਰ ਇਸ ਦੇ ਨਾਲ ਨਨਕਾਣਾ ਸਾਹਿਬ ਨਾਲ ਸੰਬੰਧਿਤ, ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ, ਖਾਸ ਤੌਰ 'ਤੇ ਜਿਹੜੇ ਬੱਚੇ ਇੱਥੋਂ ਦੇ ਜੰਮਪਲ ਨੇ, ਅਗਰ ਉਹਨਾਂ ਨੂੰ ਗੁਰਮੁਖੀ ਪੜ੍ਹਨ ਦੇ ਵਿੱਚ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹਨਾਂ ਦੇ ਲਈ ਅੰਗਰੇਜ਼ੀ ਜ਼ੁਬਾਨ ਦੇ ਵਿੱਚ ਵੀ ਸਾਰੀਆਂ ਕਿਤਾਬਾਂ ਤੁਸੀਂ ਇੱਥੋਂ ਲੈ ਸਕਦੇ ਹੋ। ਪੰਜਾਬ ਦੇ ਵਾਂਗ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਿੱਖ ਪਰਿਵਾਰ ਸੰਗਤ ਵਸਦੀ ਹੈ, ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਘਰ ਦੇ ਵਿੱਚ ਵੀ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਵੇ, ਅਗਰ ਉਹ ਪੂਰਨ ਸੇਵਾ ਕਰ ਸਕਦੇ ਨੇ। ਅਗਰ ਤੁਹਾਡੇ ਪਰਿਵਾਰ ਦੇ ਵਿੱਚ ਜਾਂ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆਪਣੇ ਘਰ ਦੇ ਵਿੱਚ ਸਜਾਉਣਾ ਚਾਹੁੰਦੇ ਹੋ ਤਾਂ ਪ੍ਰਕਾਸ਼ ਸਜਾਉਣ ਦੇ ਲਈ ਜੋ ਵੀ ਸਾਜ਼ੋ ਸਮਾਨ ਹੈ, ਚੰਦੋਆ ਸਾਹਿਬ ਤੋਂ ਲੈ ਕੇ ਰੁਮਾਲਾ ਸਾਹਿਬ ਅਤੇ ਹੋਰ ਜੋ ਵੀ ਗੁਰੂ ਘਰਾਂ ਦੇ ਵਿੱਚ ਤੁਸੀਂ ਵੇਖਦੇ ਹੋ, ਤੁਹਾਨੂੰ ਉਹ ਸਾਰਾ ਸਮਾਨ ਬਹੁਤ ਹੀ ਵਾਜਿਬ ਕੀਮਤਾਂ ਦੇ ਉੱਪਰ ਚੌਰ ਸਾਹਿਬ ਹੈ, ਜਿਸ ਤਰ੍ਹਾਂ ਤੁਸੀਂ ਦਰਸ਼ਨ ਕਰ ਰਹੇ ਹੋ, ਇਹ ਵੀ ਤੁਹਾਨੂੰ ਇੱਥੋਂ ਪ੍ਰਾਪਤ ਹੋ ਸਕਦਾ ਹੈ ਜੀ। ਸਾਡੇ ਰਸਮੋ ਰਿਵਾਜ ਦੇ ਵਿੱਚ ਸ੍ਰੀ ਸਾਹਿਬ ਨੂੰ ਬਹੁਤ ਅਹਿਮ ਸਥਾਨ ਦਿੱਤਾ ਗਿਆ ਹੈ। ਵਿਆਹ ਸ਼ਾਦੀਆਂ ਤੋਂ ਲੈ ਕੇ ਸਾਡੇ ਨਗਰ ਕੀਰਤਨ ਜਦੋਂ ਸਜਾਏ ਜਾਂਦੇ ਨੇ ਉਦੋਂ ਵੀ ਸ੍ਰੀ ਸਾਹਿਬ ਦੇ ਤੁਸੀਂ ਦਰਸ਼ਨ ਕਰਦੇ ਹੋ। ਸੋ ਅਗਰ ਤੁਹਾਨੂੰ ਆਪਣੇ ਪਰਿਵਾਰ ਦੇ ਲਈ ਜਾਂ ਕਿਸੇ ਹੋਰ ਮਕਸਦ ਦੇ ਲਈ ਸ੍ਰੀ ਸਾਹਿਬ ਦੀ ਜ਼ਰੂਰਤ ਹੋਵੇ ਤਾਂ ਇੱਥੇ ਵੱਖ-ਵੱਖ ਡਿਜ਼ਾਈਨ ਦੇ ਵਿੱਚ, ਰੰਗਾਂ ਦੇ ਵਿੱਚ ਔਰ ਆਕਾਰ ਦੇ ਵਿੱਚ ਸ੍ਰੀ ਸਾਹਿਬ ਵੀ ਤੁਸੀਂ ਇੱਥੋਂ ਹਾਸਲ ਕਰ ਸਕਦੇ ਹੋ। ਔਰ ਇਹਨਾਂ ਦੇ ਬਿਲਕੁਲ ਪਿੱਛੇ ਤੁਸੀਂ ਵੇਖ ਰਹੇ ਹੋ ਵੱਖ-ਵੱਖ ਕਿਤਾਬਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ, ਸਿੱਖ ਯੋਧਿਆਂ ਨਾਲ ਸੰਬੰਧਿਤ, ਸਿੱਖ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਦੇ ਨਾਲ ਕਥਾ ਕਹਾਣੀਆਂ ਤੁਹਾਨੂੰ ਮਿਲ ਸਕਦੀਆਂ ਨੇ। ਤੇਰੀ ਸੇਵਾ, 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 ਜਿਸ ਤੂੰ ਆਪ ਕਰਾਏ, ਜਿਸ ਤੂੰ ਆਪ ਕਰਾਏ, ਤੇਰੀ ਸੇਵਾ, ਤੇਰੀ ਸੇਵਾ, ਤੇਰੀ ਸੇਵਾ, ਤੇਰੀ ਸੇਵਾ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ, ਤਾਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ, ਤਾਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ, ਤੇਰੀ ਸੇਵਾ, ਤੇਰੀ ਸੇਵਾ, ਤੇਰੀ ਸੇਵਾ, ਤੇਰੀ ਸੇਵਾ, ਜਿਸ ਤੂੰ ਆਪ ਕਰਾਏ, ਜਿਸ ਤੂੰ ਆਪ ਕਰਾਏ, ਤੇਰੀ ਸੇਵਾ,
तेरी सेवा, तेरी सेवा, तेरी सेवा। पार ब्रह्म परमेश्वर सतगुर आपे करने हारा। पार ब्रह्म परमेश्वर सतगुर आपे करने हारा। चरण तोड़ तेरी सेवक मंग तेरे दर्शन को बलिहारा। चरण तोड़ तेरी सेवक मंग तेरे दर्शन को बलिहारा। तेरी सेवा, तेरी सेवा, तेरी सेवा, तेरी सेवा। जिस तू आप कराए, जिस तू आप कराए। तेरी सेवा, तेरी सेवा, तेरी सेवा, तेरी सेवा। पावे सुख तेरा दिता लहिए। तुद पावे ता नाम जपावे सुख तेरा दिता लहिए। तेरी सेवा, तेरी सेवा, तेरी सेवा, तेरी सेवा। जिस तू आप कराए, जिस तू आप कराए। तेरी सेवा, तेरी सेवा, तेरी सेवा, तेरी सेवा। मुक्त भुगत जुगत तेरी सेवा जिस तू आप कराए। मुक्त भुगत जुगत तेरी सेवा जिस तू आप कराए। ताहा बैकुंठ जह कीर्तन तेरा तू आपे शरदा लाए। ताहा बैकुंठ जह कीर्तन तेरा तू आपे शरदा लाए। तेरी सेवा, तेरी सेवा, तेरी सेवा, तेरी सेवा। जिस तू आप कराए, जिस तू आप कराए। तेरी सेवा, तेरी सेवा, तेरी सेवा, तेरी सेवा। सिमर 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 नाम जीवा तन मन होए निहाला। सिमर 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 नाम जीवा तन मन होए निहाला। चरण कमल तेरे तोए तोए पीवा मेरे सतगुरु दीन दयाला। चरण कमल तेरे तोए तोए पीवा मेरे सतगुरु दीन दयाला। तेरी सेवा, तेरी सेवा, तेरी सेवा, तेरी सेवा। जिस तू आप कराए, जिस तू आप कराए। तेरी सेवा, तेरी सेवा, तेरी सेवा, तेरी सेवा।
वेला सुहावी जित तुमरे द्वारे आया। कुर्बान जाई उस वेला सुहावी जित तुमरे द्वारे आया। नानक कहो प्रभ पै कृपाला सतगुर पूरा पाया। नानक कहो प्रभ पै कृपाला सतगुर पूरा पाया। तेरी सेवा तेरी सेवा तेरी सेवा तेरी सेवा जिस तू आप कराए। जिस तू आप कराए। तेरी सेवा 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 तेरी सेवा। मुकत भुगत जुगत तेरी सेवा जिस तू आप कराए। मुकत भुगत जुगत तेरी सेवा जिस तू आप कराए। ताहा बैकुंठ जह कीर्तन तेरा तू आपे शरदा लाए। ताहा बैकुंठ जह कीर्तन तेरा तू आपे शरदा लाए। तेरी सेवा तेरी सेवा तेरी सेवा तेरी सेवा जिस तू आप कराए। जिस तू आप कराए। तेरी सेवा तेरी सेवा तेरी सेवा तेरी सेवा। मुकत भुगत जुगत तेरी सेवा जिस तू आप कराए। मुकत भुगत जुगत तेरी सेवा जिस तू आप कराए। ताहा बैकुंठ जह कीर्तन तेरा तू आपे शरदा लाए। ताहा बैकुंठ जह कीर्तन तेरा तू आपे शरदा लाए। तेरी सेवा तेरी सेवा तेरी सेवा तेरी सेवा जिस तू आप कराए। जिस तू आप कराए। तेरी सेवा 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 तेरी सेवा। वाहेगुरु। सेवा करे सुचाकर होए। सेवा करे सुचाकर होए। सेवा करे सुचाकर होए। जल थल मई अलराव रया सोए। जल थल मई अलराव रया सोए। सेवा करे सुचाकर होए। सेवा करे सुचाकर होए। जल थल मई अलराव रया सोए। जल थल मई अलराव रया सोए। सेवा करे सुचाकर होए। सेवा करे सुचाकर होए।
अंतर वसे न बाहर जाए, अंतर वसे न बाहर जाए, अमृत छोड़ काहे बिख खाए, अमृत छोड़ काहे बिख खाए, अंतर वसे न बाहर जाए, अंतर वसे न बाहर जाए, अमृत छोड़ काहे बिख खाए, अमृत छोड़ काहे बिख खाए, अमृत छोड़ काहे बिख खाए, अमृत छोड़ काहे बिख खाए। सेवा करे सुचाकर होए, सेवा करे सुचाकर होए, जल थल मैयल रव रया सोए, जल थल मैयल रव रया सोए, सेवा करे सुचाकर होए, सेवा करे सुचाकर होए। ऐसा ज्ञान जपो मन मेरे, ऐसा ज्ञान जपो मन मेरे, हो चाकर साचे केरे, ऐसा ज्ञान जपो ज्ञान जप मन मेरे, ऐसा ज्ञान, ऐसा ज्ञान जपो मन मन मेरे, ऐसा ज्ञान, ऐसा ज्ञान जपो मन मेरे, ऐसा ज्ञान जपो मन मेरे, हो चाकर साचे केरे, हो चाकर साचे केरे, हो चाकर साचे केरे, हो चाकर साचे केरे। सेवा करे सुचाकर होए, सेवा करे सुचाकर होए, जल थल मैयल रव रया सोए, जल थल मैयल रव रया सोए, सेवा करे सुचाकर होए, सेवा करे सुचाकर होए।
ध्यान ध्यान सब कोई रवे, बांधन बांधिया बांधन बांधिया, सब जग भवे सेवा करे, सोचा कर होए जल थल मैयल रव रया सोए। हम नहीं चंगे बुरा नहीं कोए, हम नहीं चंगे बुरा नहीं कोए, प्रणवत नानक तारे सोए। प्रणवत नानक तारे सोए, प्रणवत नानक तारे सोए। प्रणवत नानक तारे सोए, सेवा करे सोचा कर होए, सेवा करे सोचा कर होए। जल थल मैयल रव रया सोए, जल थल मैयल रव रया सोए, सेवा करे सोचा कर होए, सेवा करे सोचा कर होए। चाकर लगे चाकरी नाले गारबवार, गल्ला करे कनेरियां खसम ना पाए सा। आप गवाए सेवा करे, आप गवाए सेवा करे, ता किछ पाए मां। सेवा करे सुचा कर होए, सेवा करे सोचा कर होए। जल थल मैयल रव रया सोए, जल थल मैयल रव रया सोए, सेवा करे सुचा कर होए, सेवा करे सोचा कर होए, सोचा कर होए। और इसे तरह ਤੁਹਾਨੂੰ ਗੁਰਬਾਣੀ ਦੇ ਨਾਲ ਸੰਬੰਧਿਤ ਜਪਜੀ ਸਾਹਿਬ, ਪੰਜੇ ਬਾਣੀਆਂ, ਸੁਖਮਨੀ ਸਾਹਿਬ ਸਟੀਕ ਅਤੇ ਹੋਰ ਜਿਸ ਵੀ ਰਚਨਾ ਦੀ ਲੋੜ ਹੈ, ਪੜ੍ਹਨ ਦੀ ਲੋੜ ਹੈ, ਤੁਹਾਨੂੰ ਇੱਥੋਂ ਹਾਸਲ ਹੋ ਸਕਦੀ ਹੈ। ਤੁਸੀਂ ਵੇਖ ਸਕਦੇ ਹੋ ਪੰਜ ਗ੍ਰੰਥੀ, ਬਚਿੱਤਰ ਨਾਟਕ, ਜ਼ਫਰਨਾਮਾ, ਭੱਟ ਸਵਈਏ ਸਟੀਕ, ਪੰਜ ਸ਼ਬਦੀ ਆਸਾ ਜੀ ਦੀ ਵਾਰ, ਸ਼ਲੋਕ ਭਗਤ ਕਬੀਰ ਜੀ ਦੇ, ਸ਼ਲੋਕ ਭਗਤ ਬਾਬਾ ਫਰੀਦ ਜੀ ਦੇ, ਰਾਮਕਲੀ ਕੀ ਵਾਰ, ਵਿਵੇਕ ਭੰਡਾਰ, ਸਾਰਾ ਕੁਝ ਇੱਥੇ ਮੌਜੂਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਸਵਿੰਦਰ ਸਿੰਘ ਸਿੱਧੂ ਅੱਜ ਇੱਕ ਵਾਰ ਫਿਰ ਤੁਹਾਡੇ ਨਾਲ ਹਾਜ਼ਰ ਹਾਂ। ਜਿਸ ਤਰ੍ਹਾਂ ਤੁਸੀਂ ਪਹਿਲਾਂ ਇਸ ਸਥਾਨ ਦੇ ਦਰਸ਼ਨ ਕਰ ਚੁੱਕੇ ਹੋ, ਜੋ ਵੀ ਇਸ ਬਿਲਡਿੰਗ ਦੇ ਇਮਾਰਤ ਦੇ ਅੰਦਰ ਦਸਤਾਵੇਜ਼ ਜਾਂ ਹੋਰ ਚੀਜ਼ਾਂ ਪਈਆਂ ਨੇ, ਅਸੀਂ ਤੁਹਾਨੂੰ ਸਭ ਦੇ ਦਰਸ਼ਨ ਕਰਾਏ ਨੇ। ਸੋ ਪਹਿਲੀ ਗੱਲਬਾਤ ਅਸੀਂ ਸਰਦਾਰ ਸਤਿਆਪਾਲ ਸਿੰਘ ਜੀ ਨਾਲ ਕਰਨ ਜਾ ਰਹੇ ਹਾਂ।
ਸਤਿਆਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ, ਤੁਸੀਂ ਦੱਸਣਾ ਚਾਹੋਗੇ ਕਿ ਤੁਸੀਂ ਗੁਰਫਤਿਹ ਸੇਵਾ ਸੈਂਟਰ ਨਾਲ ਕਿਵੇਂ ਅਤੇ ਕਦੋਂ ਦੇ ਜੁੜੇ ਹੋਏ ਹੋ ਔਰ ਤੁਹਾਡੀ ਇੱਥੇ ਕੀ ਪੋਜੀਸ਼ਨ ਹੈ ਜੀ? ਗੁਰਫਤਿਹ ਸੇਵਾ ਸੈਂਟਰ 'ਚ ਅਸੀਂ ਸ਼ੁਰੂ ਜਦੋਂ ਤੋਂ ਕੀਤਾ ਹੈਗਾ ਉਦੋਂ ਤੋਂ ਅਸੀਂ ਸਾਰੇ ਇਕੱਠੇ ਹੈਗੇ ਆ। ਹਾਂਜੀ। ਗੱਲ ਜਿਹੜੀ ਪੋਜੀਸ਼ਨ ਦਾ ਜਿਹੜਾ ਤੁਹਾਡਾ ਸਵਾਲ ਹੈਗਾ, ਇੱਥੇ ਕਿਸੇ ਦੀ ਕੋਈ ਪੋਜੀਸ਼ਨ ਨਹੀਂ ਹੈਗੀ। ਬਹੁਤ ਅੱਛਾ ਜੀ। ਇੱਥੇ ਸਾਰੇ ਦੇ ਸਾਰਿਆਂ ਦੇ ਨਾਲ ਸੇਵਾਦਾਰ ਲੱਗਦਾ ਹੈ। ਠੀਕ ਹੈ ਜੀ। ਇਸ ਤੋਂ ਇਲਾਵਾ ਸਾਡੇ ਕੋਲ ਕਿਸੇ ਕੋਲ ਕੋਈ ਪੋਜੀਸ਼ਨ ਨਹੀਂ ਹੈ। ਠੀਕ ਹੈ ਜੀ। ਔਰ ਸਰਦਾਰ ਸਾਹਿਬ, ਕਿੰਨੀ ਦੇਰ ਹੋ ਗਈ ਇਸ ਇਮਾਰਤ ਦੇ ਵਿੱਚ ਤੁਹਾਨੂੰ ਇਹ ਸੇਵਾ ਨਿਭਾਉਂਦਿਆਂ ਹੋਇਆ, ਜਾਂ ਆਖ ਲਓ ਕਿ ਕਿੰਨਾ ਦੇਰ ਹੋ ਗਈ ਇਹ ਸਾਰਾ ਜਿਹੜਾ ਸੇਵਾ ਦਾ ਜਿਹੜਾ ਹੈ ਸਿਲਸਿਲਾ ਸ਼ੁਰੂ ਹੋਇਆ ਨੂੰ ਜੀ? ਇਸ ਇਮਾਰਤ 'ਚ ਅਸੀਂ ਹੈਗੇ ਆ 2011 ਤੋਂ ਜੀ, ਤੇ ਲੇਕਿਨ 2007 ਤੋਂ ਅਸੀਂ ਗ੍ਰੇਡਨ ਗੁਰਦੁਆਰਾ ਸਾਹਿਬ ਦੇ ਵਿੱਚ ਇਹਦੀ ਸ਼ੁਰੂਆਤ ਹੋਈ ਸੀਗੀ ਜੀ, ਤੇ ਅੱਜ ਤੱਕ ਚੱਲ ਰਹੀ ਹੈ। ਔਰ ਏਡੀ ਵੱਡੀ ਇਮਾਰਤ ਨੂੰ ਚਲਾਉਣਾ, ਤੁਸੀਂ ਜਾਣਦੇ ਹੋ ਕਿ ਕੈਨੇਡਾ ਦੇ ਵਿੱਚ ਹਰ ਇੱਕ ਚੀਜ਼ ਮੁੱਲ ਵਿਕਦੀ ਹੈ। ਬਿਜਲੀ ਦਾ ਖਰਚਾ, ਹਾਈਡਰੋ ਦਾ ਖਰਚਾ, ਗੈਸ ਦਾ ਖਰਚਾ, ਸਮਾਨ ਤੁਸੀਂ ਇੰਨਾ ਖਰੀਦਦੇ ਹੋ, ਤੇ ਸਾਰੀ ਮਾਇਆ ਦਾ ਇੰਤਜ਼ਾਮ ਕਿਸ ਤਰ੍ਹਾਂ ਹੋ ਜਾਂਦਾ ਹੈ? ਗੱਲ ਇਹ ਹੈਗੀ ਆ, ਜਿੱਥੇ ਤੱਕ ਤਾਂ ਸਵਾਲ ਹੈਗਾ ਮਾਇਆ ਦਾ, ਹਾਂਜੀ, ਮਾਇਆ ਦੀ ਗੱਲ ਇਹ ਹੈਗੀ ਆ ਵੀ ਅਸੀਂ ਇਹਦੇ ਪਿੱਛੇ ਪਏ ਨਹੀਂ ਅੱਜ ਤੱਕ ਜੀ, ਤੇ ਗੁਰੂ ਸਾਹਿਬ ਦੇ ਉੱਤੇ ਛੱਡਿਆ ਹੈਗਾ, ਤੇ ਗੁਰੂ ਸਾਹਿਬ ਕਿੱਦਾਂ ਕਰਾ ਦਿੰਦੇ ਹੈਗੇ ਸਾਨੂੰ ਵੀ ਸਮਝ ਨਹੀਂ ਹੈਗੀ ਇਸਦੀ ਜੀ। ਲੇਕਿਨ ਜਦੋਂ ਕਿਸ ਚੀਜ਼ ਦੇ ਵਿੱਚ ਜਿੱਥੇ ਵੀ ਲੋੜ ਪੈਂਦੀ ਹੈਗੀ ਹੈ, ਸੰਗਤਾਂ ਸਾਡੇ ਨਾਲ ਖੜ ਜਾਂਦੀਆਂ, ਠੀਕ ਹੈ ਜੀ, ਤੇ ਸਾਰਾ ਕੁਝ ਪੂਰਾ ਹੋ ਜਾਂਦਾ ਹੈ। ਠੀਕ ਹੈ ਜੀ। ਔਰ ਕਿੰਨੇ ਕੁ ਸੇਵਾਦਾਰ ਤੁਹਾਡੇ ਨਾਲ ਇੱਥੇ ਜਿਹੜੇ ਨੇ ਸੇਵਾ ਨਿਭਾ ਰਹੇ ਨੇ ਇਸ ਕੇਂਦਰ ਦੇ ਵਿੱਚ? ਲਗਭਗ ਅਸੀਂ ਕੋਈ 20-25 ਤਾਂ ਪਰਿਵਾਰ ਹੈਗੇ ਆ ਜਿਹੜੇ ਸਾਡੇ ਸੇਵਾ ਨਿਭਾਉਂਦੇ ਹੈਗੇ ਆ। ਅੱਛਾ ਜੀ। ਤੇ 5-7 ਜਿਹੜੇ ਹੈਗੇ ਆ ਜਿਨ੍ਹਾਂ ਕੋਲ ਥੋੜਾ ਜ਼ਿਆਦਾ ਟਾਈਮ ਹੈਗਾ, ਜਿਨ੍ਹਾਂ 'ਚ ਮੋਸਟ ਆਫ ਅਸ ਆਰ ਰਿਟਾਇਰਡ ਸੀਨੀਅਰਸ ਹੈਗੇ ਆ ਅਸੀਂ, ਹਾਂਜੀ, ਤੇ ਬਾਕੀ ਸਾਡੇ ਨੌਜਵਾਨ ਵੀ ਹੈਗੇ ਕਾਫੀ ਸਾਰੇ ਜੀ। ਅਸੀਂ ਸਾਰੇ ਰਲ ਮਿਲ ਕੇ ਇੱਦਾਂ ਸੇਵਾ ਨਿਭਾਉਂਦੇ। ਔਰ ਤੁਹਾਡੇ ਕੋਲ ਇੱਥੇ ਕਿਸ ਤਰ੍ਹਾਂ ਦਾ ਜਿਹੜਾ ਹੈਗਾ, ਅਸੀਂ ਵੈਸੇ ਤਾਂ ਸੰਗਤਾਂ ਨੂੰ ਦਿਖਾ ਦਿੱਤਾ ਹੈ, ਪਰ ਫਿਰ ਵੀ ਤੁਸੀਂ ਕਿਤਾਬਾਂ ਦੀ, ਗ੍ਰੰਥਾਂ ਦੀ, ਪੋਥੀਆਂ ਦੀ, ਹੋਰ ਸਮਾਨ ਦੀ ਕਿਵੇਂ ਚੋਣ ਕਰਦੇ ਹੋ ਕਿ ਤੁਹਾਨੂੰ ਆਹ ਸਮਾਨ ਇੱਥੇ ਚਾਹੀਦਾ? ਇਹ ਸਾਡੀ ਚੋਣ ਜਿਹੜੀ ਹੈਗੀ ਆ, ਇਹ ਸਾਰੀ ਦੇ ਸਾਰੀ ਡਿਪੈਂਡ ਕਰਦੀ ਸੰਗਤਾਂ ਦੀ ਡਿਮਾਂਡ ਉੱਤੇ ਜੀ। ਸੰਗਤਾਂ ਨੂੰ ਕੀ ਚੀਜ਼ ਚਾਹੀਦੀ ਹੈਗੀ ਆ, ਇੱਕ ਤਾਂ ਆਹ ਤਰੀਕਾ ਹੈਗਾ ਜੀ। ਉਸ ਦੇ ਨਾਲ ਅਸੀਂ ਇਹ ਵੀ ਦੇਖਦੇ ਹੈਗੇ ਕਿ ਕੀ ਸੰਗਤਾਂ ਨੂੰ ਉਪਲਬਧ ਕਰਾਉਣਾ ਚਾਹੀਦਾ ਹੈ, ਹਾਂਜੀ। ਉਹਦੇ ਲਈ ਸਾਡੇ ਕੋਲ ਬੜੇ ਬੜੇ ਵਿਦਵਾਨ ਜੀ ਤੇ ਹੋਰ ਐਸੇ ਬੁੱਧੀਜੀਵੀ ਆਉਂਦੇ ਹੈਗੇ ਆ ਜਿਹੜੇ ਸਾਨੂੰ ਸਲਾਹਾਂ ਦਿੰਦੇ ਆ। ਠੀਕ ਹੈ। ਜਿਹੜੀਆਂ ਸਲਾਹਾਂ ਤੇ ਅਸੀਂ ਪੂਰੇ ਉਤਰ ਸਕਦੇ ਹੈਗੇ ਆ, ਉਹਨਾਂ ਤੇ ਕੋਸ਼ਿਸ਼ ਕੀਤੀ ਜਾਂਦੀ ਆ ਜੀ। ਫਿਰ ਜਿਹੜੇ ਆਪਣੇ ਜਿਹੜੀਆਂ ਚੀਜ਼ਾਂ, ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਫੀ ਕੁਝ ਛਾਪਿਆ ਹੋਇਆ ਹੈਗਾ, ਹਾਂਜੀ, ਹੋਰ ਸੰਸਥਾਵਾਂ ਨੇ ਕਾਫੀ ਕੁਝ ਛਾਪਿਆ ਹੋਇਆ, ਅਸੀਂ ਉਹਨਾਂ ਨੂੰ ਪਹਿਲ ਦਿੰਦੇ ਹੈਗੇ ਆ। ਠੀਕ ਹੈ। ਤੇ ਕੁਝ ਜਿਹੜੇ ਆਪਣੇ ਰਿਨੋਨਡ ਰਾਈਟਰ ਹੈਗੇ ਆ, ਉਹਨਾਂ ਨੂੰ ਵੀ ਅਸੀਂ ਪਹਿਲ ਦਿੰਦੇ ਹੈਗੇ ਆ, ਤੇ ਬਾਕੀ ਸਾਰੇ ਬਾਅਦ ਚ ਆਉਂਦੇ। ਬੰਗਾਲ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਜਿੰਨੀ ਬੰਗਾਲੀਆਂ ਦੇ ਵਿੱਚ ਪੁਸਤਕ ਪੜ੍ਹਨ ਦੀ, ਸਾਹਿਤ ਪੜ੍ਹਨ ਦੀ ਦਿਲਚਸਪੀ ਹੈ, ਹੋ ਸਕਦਾ ਹੈ ਪੰਜਾਬੀਆਂ ਦੇ ਵਿੱਚ, ਸਾਡੇ ਸਿੱਖ ਧਰਮ ਦੇ ਵਿੱਚ ਵੀ ਹੋਵੇ, ਪਰ ਲੱਗਦਾ ਹੈ ਕਿ ਜਿਹੜੀ ਅੱਜ ਦੀ ਪੀੜ੍ਹੀ ਹੈ ਕਿਤਾਬਾਂ ਤੋਂ, ਲਿਖਤ ਤੋਂ ਕਾਫੀ ਦੂਰ ਜਾ ਰਹੀ ਹੈ। ਪਰ ਕੈਨੇਡਾ ਦੇ ਵਿੱਚ ਤੁਹਾਡਾ ਕੀ ਤਜਰਬਾ ਹੈ? ਕੈਨੇਡਾ ਦੇ ਵਿੱਚ ਤੁਹਾਡਾ ਕੀ ਤਜਰਬਾ ਹੈ ਕਿ ਨਵੀਂ ਪੀੜ੍ਹੀ ਕਿਤਾਬ ਨਾਲ ਕਿੰਨੀ ਕੁ ਜੁੜੀ ਹੋਈ ਹੈ? ਇਸ ਤਰ੍ਹਾਂ ਹੈਗਾ ਕਿ ਲੱਗਦਾ ਇਸ ਤਰ੍ਹਾਂ ਹੀ ਹੈਗਾ ਵੀ ਜਿੱਦਾਂ ਅਸੀਂ ਨਹੀਂ ਪੜ੍ਹਦੇ ਕਿਤਾਬਾਂ, ਹਾਂਜੀ, ਪਰ ਜਿਸ ਹਿਸਾਬ ਨਾਲ ਸਾਡੇ ਕੋਲ ਕਿਤਾਬਾਂ ਜਾਂਦੀਆਂ ਤੇ ਲੱਗਦਾ ਹੈ ਕਿਤਾਬਾਂ ਅਸੀਂ ਪੜ੍ਹਦੇ ਹਾਂ। ਬਹੁਤ ਅੱਛੀ ਗੱਲ ਹੈ ਜੀ। ਜਦੋਂ ਤੱਕ ਤੁਸੀਂ ਵਿੱਚ ਨਹੀਂ ਪੈਂਦੇ, ਤੁਹਾਨੂੰ ਨਹੀਂ ਸਮਝ ਆਉਂਦੀ ਕੀ ਹੋ ਰਿਹਾ ਕੀ ਨਹੀਂ। ਠੀਕ ਹੈ। ਅਸੀਂ ਬਾਹਰੋਂ ਦੇਖਦੇ ਹੈਗੇ ਕਿ ਅਸੀਂ ਕਿਤਾਬਾਂ ਨਹੀਂ ਪੜ੍ਹਦੇ ਜੀ। ਤੇ ਦੂਸਰੀ ਗੱਲ ਇਹ ਹੈ ਕਿ ਡਿਪੈਂਡੇਬਿਲਿਟੀ, ਅਵੇਲੇਬਿਲਿਟੀ, ਠੀਕ ਹੈ ਜੀ, ਕੋਈ ਐਸੀਆਂ ਕਿਤਾਬਾਂ ਮਿਲਣ ਜਿਹੜੀਆਂ ਕਿ ਆਪਣੇ ਧਰਮ ਦੇ ਲਈ ਬਿਲਕੁਲ ਸਹੀ ਉਤਰਦੀਆਂ ਹੋਣ, ਹਾਂਜੀ, ਤੇ ਦੂਸਰੀਆਂ ਕਿਤਾਬਾਂ ਅਵੇਲੇਬਲ ਹੋਣ ਜੀ। ਜਦ ਕਿਤਾਬਾਂ ਹੀ ਨਹੀਂ ਅਵੇਲੇਬਲ ਹੋਣਗੀਆਂ ਤੇ ਪੜ੍ਹੀਆਂ ਕਿੱਥੋਂ ਜਾਣਗੀਆਂ ਜੀ। ਅਸੀਂ ਉਹਨਾਂ ਨੂੰ ਅਵੇਲੇਬਲ ਕਰਾਉਂਦੇ ਆ, ਹਾਂਜੀ, ਇਸ ਲਈ ਪੜ੍ਹਨ ਵਾਲੇ ਵੀ ਆਉਂਦੇ ਆ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਮੈਂ ਕੁਝ ਦਿਨ ਪਹਿਲਾਂ ਇੱਥੋਂ ਆਰਡਰ ਕੀਤੀਆਂ ਆਪਣੀਆਂ 3 ਕਾਫੀ ਵਜ਼ਨਦਾਰ ਕਿਤਾਬਾਂ ਲੈ ਕੇ ਗਿਆ, ਜਿਨ੍ਹਾਂ ਨੂੰ ਸੰਤ ਵਿਸਾਖਾ ਸਿੰਘ ਜਨੇਤਪੁਰੇ ਵਾਲਿਆਂ ਨੇ ਲਿਖਿਆ ਹੈ, ਸਿੱਖ ਮਾਲਵਾ ਇਤਿਹਾਸ, ਕਿਉਂਕਿ ਸਾਨੂੰ ਕੁਝ ਰਿਸਰਚ ਦੇ ਲਈ ਉਹਨਾਂ ਕਿਤਾਬਾਂ ਦੀ ਜ਼ਰੂਰਤ ਸੀ। ਸੋ ਇਹਨਾਂ ਨੇ ਕਿਤਾਬਾਂ ਮੰਗਾ ਕੇ ਦਿੱਤੀਆਂ, ਔਰ ਤਕਰੀਬਨ 4-5 ਕਿਲੋ 3 ਕਿਤਾਬਾਂ ਦਾ ਵਜ਼ਨ ਹੋਵੇਗਾ। ਔਰ ਜਦੋਂ ਮੈਂ ਕੀਮਤ ਉੱਪਰ ਲਿਖੀ ਵੇਖੀ ਤਾਂ ਸਿਰਫ $35, ਮੇਰੀ ਬੜੀ ਹੈਰਾਨੀ ਰਹੀ। ਸੋ ਸਤਿਆਪਾਲ ਜੀ, ਭਾਰਤ ਤੋਂ, ਪੰਜਾਬ ਤੋਂ, ਅੰਮ੍ਰਿਤਸਰ ਸਾਹਿਬ ਤੋਂ ਤੁਸੀਂ 3 ਕਿਤਾਬਾਂ $35 ਦੇ ਵਿੱਚ ਮੰਗਵਾ ਕੇ ਦੇ ਰਹੇ ਹੋ। ਮੈਨੂੰ ਲੱਗਦਾ ਕਿ ਤੁਹਾਡਾ ਖਰਚਾ ਵੀ ਪੂਰਾ ਨਹੀਂ ਹੁੰਦਾ ਹੋਇਆ ਹੁਣ। ਇਹਦੇ ਬਾਰੇ ਕੁਛ ਆਖਣਾ ਚਾਹੋਗੇ?
ਜੇ ਤੁਸੀਂ ਦੁਨਿਆਵੀ ਤੌਰ ਤੇ ਜਾਂ ਬਿਜ਼ਨਸ ਤੌਰ ਤੇ ਇਹਦੇ ਆંકੜੇ ਲਾਓਗੇ ਤਾਂ ਤੁਸੀਂ ਸਹੀ ਹੈਗੇ ਜੀ। ਜੇ ਧਾਰਮਿਕ ਤੌਰ ਤੇ ਔਰ ਜਿੱਥੇ ਅਸੀਂ ਖੜੇ ਹੈਗੇ ਉਹਦੇ ਤੇ ਲਵਾਂਗੇ ਤਾਂ ਕੁਝ ਹੋਰ ਹੀ ਸਾਹਮਣੇ ਆਏਗਾ। ਠੀਕ ਹੈ। ਪਹਿਲੀ ਗੱਲ ਤੇ ਇਹ ਸਾਡੇ ਓਵਰਹੈਡਸ ਜਿਹੜੇ ਆ ਲਿਮਿਟਡ ਹੈਗੇ ਆ। ਠੀਕ ਹੈ ਜੀ। ਜਿਹੜਾ ਖਰਚਾ ਐਕਚੁਅਲ ਖਰਚਾ ਹੈਗਾ ਇਸ ਬਿਲਡਿੰਗ ਦਾ ਉਹੀ ਸਾਡੇ ਓਵਰਹੈਡ ਹੈਗੇ। ਠੀਕ ਹੈ। ਇੱਥੇ ਕੋਈ ਵੀ ਬੰਦਾ ਪੇਡ ਨਹੀਂ ਹੈਗਾ। ਠੀਕ ਹੈ। ਇੱਥੇ ਦਾ 1 ਸੈਂਟ ਵੀ ਕਿਸੇ ਦੇ ਪਰਸਨਲ ਯੂਜ਼ ਲਈ ਇਸਤੇਮਾਲ ਨਹੀਂ ਹੁੰਦਾ। ਠੀਕ ਹੈ ਜੀ। ਬਲਕਿ ਅਸੀਂ ਸਾਰੇ ਸੇਵਾਦਾਰ ਐਟਲੀਸਟ ਵਾਂਸ ਅ ਈਅਰ ਇਸ ਸੰਸਥਾ ਨੂੰ ਡੋਨੇਟ ਕਰਦੇ ਹਾਂ। ਬਹੁਤ ਅੱਛਾ ਜੀ। ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਪਰਿਵਾਰ ਸਾਡੇ ਨਾਲ ਜੁੜੇ ਹੋਏ ਆ ਉਹ ਟਾਈਮ ਟੂ ਟਾਈਮ ਡੋਨੇਸ਼ਨ ਆ ਕੇ ਦੇ ਜਾਂਦੇ ਆ। ਠੀਕ ਹੈ। ਤੇ ਗੁਰੂ ਸਾਹਿਬ ਦੀ ਇੰਨੀ ਬਖਸ਼ਿਸ਼ ਹੈ ਕਿ ਅੱਜ ਤੱਕ ਈਵਨ ਨਾ ਕਰੋਨਾ ਟਾਈਮ ਦੇ ਵਿੱਚ ਜਦ ਕਿ ਉਹਨਾਂ ਦੂਜਾ ਸਾਲ ਚੜ ਗਿਆ ਅਸੀਂ ਗਵਰਨਮੈਂਟ ਦੇ ਹੁਕਮ ਮੰਨਦੇ ਹੋਏ ਜੇ ਗਵਰਨਮੈਂਟ ਕਹਿੰਦੀ ਹੈ ਨਹੀਂ ਖੋਲਣਾ ਤਾਂ ਅਸੀਂ ਨਹੀਂ ਖੋਲਦੇ। ਠੀਕ ਹੈ ਜੀ। ਜੇ ਗਵਰਨਮੈਂਟ ਕਹਿੰਦੀ ਹੈ ਕਰਬਸਾਈਡ ਹੈ ਤਾਂ ਅਸੀਂ ਕਰਬਸਾਈਡ ਹੀ ਸਿਰਫ ਕਰਦੇ ਹਾਂ। ਬਿਲਕੁਲ ਅਸੀਂ ਆਰਡਰਸ ਦੀ ਪੂਰੀ ਪਾਲਣਾ ਕਰਦੇ ਹਾਂ। ਉਸ ਦੇ ਬਾਵਜੂਦ ਵੀ ਹੈਰਾਨਗੀ ਇਸ ਗੱਲ ਦੀ ਹੁੰਦੀ ਹੈ ਗੁਰੂ ਸਾਹਿਬ ਨੇ ਕਿੱਦਾਂ ਸਾਨੂੰ ਹੱਥਾਂ ਤੇ ਚੁੱਕ ਕੇ ਰੱਖਿਆ ਕਿ ਹਾਲੇ ਤੱਕ ਸਾਨੂੰ ਲੋਨ ਲੈ ਕੇ ਪੇਮੈਂਟ ਨਹੀਂ ਕਰਨੀ ਪਈ ਜੀ। ਜਿਸ ਤਰ੍ਹਾਂ ਸਿੰਘ ਸਾਹਿਬ ਨੇ ਕਰੋਨਾ ਦਾ ਜ਼ਿਕਰ ਕੀਤਾ ਜੀ, ਇਸੇ ਕਰਕੇ ਹੀ ਤੁਸੀਂ ਮੇਰੀ ਤਸਵੀਰ ਵੀ ਇਹਨਾਂ ਦੇ ਨਾਲ ਫਰੇਮ ਦੇ ਵਿੱਚ ਨਹੀਂ ਦੇਖ ਰਹੇ ਕਿਉਂਕਿ ਅਸੀਂ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਫਰੇਮ ਤੋਂ ਮੈਂ ਪਿੱਛੇ ਹੋ ਕੇ ਇਹਨਾਂ ਨਾਲ ਦੂਰ ਬੈਠ ਕੇ ਗੱਲਬਾਤ ਕਰ ਰਿਹਾ। ਸੋ ਅਗਰ ਸਿੰਘ ਸਾਹਿਬ ਪਿਛਲੇ ਦਿਨੀ ਮੈਂ ਅੱਜ ਆਪਣੇ ਕੁਝ ਦੋਸਤਾਂ ਨੂੰ ਦੱਸਿਆ ਕਿ ਮੈਂ ਕਿਤਾਬਾਂ ਤੁਹਾਡੇ ਕੋਲ ਲੈ ਕੇ ਗਿਆ, ਕੁਝ ਅਮਰੀਕਾ ਦੇ ਵਿੱਚ ਨੇ, ਕੁਝ ਹੋਰ ਥਾਵਾਂ ਤੇ ਵੀ ਨੇ, ਇਹਦੇ ਬਾਰੇ ਕੋਈ ਤੁਸੀਂ ਕੀ ਆਖਣਾ ਚਾਹੋਗੇ? ਜੇ ਕਿਸੇ ਕੋਈ ਅਮਰੀਕਾ ਦੇ ਵਿੱਚ ਬੈਠਾ ਤੁਹਾਡੇ ਕੋਲ ਕੋਈ ਵਸਤੂ ਜਾਂ ਕਿਤਾਬ ਜਾਂ ਕੋਈ ਹੋਰ ਸਾਡੇ ਸਿੱਖ ਧਰਮ ਨਾਲ ਸੰਬੰਧਿਤ ਫਲਸਫਾ ਜਾਂ ਕੋਈ ਚੀਜ਼ ਮੰਗਾਉਣਾ ਚਾਹੁੰਦਾ, ਕੀ ਤੁਸੀਂ ਕੋਰੀਅਰ ਡਾਕ ਰਾਹੀਂ ਭੇਜ ਦਿਓ ਜਾਂ ਨਿੱਜੀ ਤੌਰ ਤੇ ਹੀ ਇੱਥੇ ਆਉਣਾ ਪੈਂਦਾ ਜੀ ਸਾਰੀ ਸੰਗਤ ਨੂੰ? ਨਹੀਂ, ਸਾਰੇ ਚੈਨਲ ਸਾਡੇ ਲਈ ਖੁੱਲੇ ਹੈਗੇ। ਠੀਕ ਹੈ। ਜੇ ਕੋਈ ਆ ਕੇ ਪਰਸਨਲੀ ਇੱਥੇ ਆ ਕੇ ਲਿਜਾਣਾ ਚਾਹੁੰਦਾ ਕੋਈ ਵੀ ਚੀਜ਼ ਅਵੇਲੇਬਲ ਹੈ ਹੀ ਹੈ। ਠੀਕ ਹੈ। ਬਾਕੀ ਜਿਹੜਾ ਹੈਗਾ ਮੇਲ ਆਰਡਰਸ ਵੀ ਹੈਗੇ ਸਾਡੇ ਕੋਲ। ਠੀਕ ਹੈ। ਅਸੀਂ ਵਰਲਡ ਵਾਈਡ ਭੇਜਦੇ ਹਾਂ। ਸਾਡੇ ਕੋਲ ਇੱਥੋਂ ਆਸਟ੍ਰੇਲੀਆ ਤੱਕ ਸਮਾਨ ਗਿਆ ਹੈ। ਠੀਕ ਹੈ। ਯੂਰਪ ਸਮਾਨ ਗਿਆ, ਅਮਰੀਕਾ ਬਹੁਤ ਜਾਂਦਾ ਹੈਗਾ। ਠੀਕ ਹੈ ਜੀ। ਇੱਕ ਆਈਟਮ ਹੈਗੀ ਆ ਜਿਹੜੀ ਅਮਰੀਕਾ ਜਾਂ ਹੋਰ ਜਗ੍ਹਾ ਭੇਜਣ ਦੀ ਸਾਨੂੰ ਦਿੱਕਤ ਆਉਂਦੀ ਹੈਗੀ, ਉਹ ਹੈਗੀ ਸ੍ਰੀ ਸਾਹਿਬ। ਠੀਕ ਹੈ। ਠੀਕ ਹੈ ਜੀ। ਇਸ ਤੋਂ ਇਲਾਵਾ ਛੋਟੀਆਂ ਮੋਟੀਆਂ ਆਈਟਮਾਂ ਜਿਹੜੀਆਂ ਹੈਗੀਆਂ ਚੱਲ ਜਾਂਦੀਆਂ ਤੇ ਵੱਡੀ ਆਈਟਮ ਕੋਈ ਇੱਥੋਂ ਬਾਈ ਮੇਲ ਜਾਂ ਕੋਰੀਅਰ ਰਾਹੀਂ ਭੇਜਣੀ ਉਹ ਕਾਸਟ ਹੀ ਬਹੁਤ ਪੈਂਦੀ ਹੈ। ਕਿਤਾਬ ਵਗੈਰਾ ਤੁਸੀਂ ਭੇਜ ਸਕਦੇ ਹੋ, ਕਿਤਾਬ ਦੇ ਵਿੱਚ ਇਹ ਗੱਲ ਹੈਗੀ ਆ। ਤੇ ਬਾਕੀ ਚੀਜ਼ਾਂ ਜਿਹੜੀਆਂ ਹੈਗੀਆਂ ਮਤਲਬ ਕਾਸਟ ਜੇ ਇੱਕ ਆਈਟਮ ਦੀ ਹੈਗੀ ਸਪੋਜ਼ ਕਰੋ $5 ਤੇ ਅਮਰੀਕਾ ਭੇਜਣੀ ਆ ਤੇ ਉਹਦੇ ਉੱਤੇ ਕੋਰੀਅਰ ਹੈਗਾ $30। ਠੀਕ ਹੈ ਜੀ। ਉੱਥੇ ਸਾਡਾ ਜ਼ੋਰ ਨਹੀਂ ਚੱਲਦਾ। ਨਹੀਂ, ਦੇਖੋ ਜੋ ਕੋਰੀਅਰ ਸਰਵਿਸ ਹੈ ਉਹ ਤਾਂ ਹਰੇਕ ਨੂੰ ਪਤਾ ਹੈ ਕਾਫੀ ਕੋਸਟਲੀ ਹੈ, ਉਹ ਤਾਂ ਜੋ ਵੀ ਪਰਿਵਾਰ ਮੰਗਾ ਰਿਹਾ ਉਸ ਨੂੰ ਅਦਾ ਕਰਨੀ ਹੀ ਪਏਗੀ। ਠੀਕ ਹੈ ਨਾ ਜੀ? ਠੀਕ ਹੈ। ਓਕੇ, ਅਖੀਰ ਦੇ ਵਿੱਚ ਤੁਸੀਂ ਸੰਗਤ ਨੂੰ ਕੋਈ ਆਪਣੇ ਦਿਲੋਂ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ? ਸਾਡੇ ਕੋਲ ਸੰਦੇਸ਼ ਤਾਂ ਬਹੁਤ ਨਹੀਂ ਹੈਗੇ, ਅਸੀਂ ਇਹ ਦੱਸ ਸਕਦੇ ਹਾਂ ਵੀ ਇੱਥੇ ਸਰਵਿਸਿਜ਼ ਕੀ ਚੱਲਦੀਆਂ ਹੈ ਜੀ। ਇੱਥੇ ਸਰਵਿਸਿਜ਼ ਜਿਹੜੇ ਆਪ ਜੀ ਨੇ ਹਾਲੇ ਤੱਕ ਜ਼ਿਕਰ ਕੀਤਾ ਹੈਗਾ ਪੁਸਤਕਾਂ ਦੇ ਬਾਰੇ ਜੀ, ਉਹ ਤੇ ਸਾਰਿਆਂ ਨੇ ਸੁਣ ਲਿਆ। ਹਾਂਜੀ। ਇਹ ਇੱਕ ਏਰੀਆ ਹੈ ਸਾਡੇ ਸਾਰੇ ਓਵਰਆਲ ਸੇਵਾ ਦੇ ਵਿੱਚ ਜੀ। ਕਿਤਾਬਾਂ ਦੇ ਨਾਲ ਸਾਡੇ ਕੋਲ ਕਕਾਰਸ ਦੀ ਸੇਵਾ ਹੈਗੀ ਆ। ਠੀਕ ਹੈ ਜੀ। ਗੱਤਕੇ ਦਾ ਸਮਾਨ ਹੈਗਾ। ਠੀਕ ਹੈ। ਇਸ ਤੋਂ ਇਲਾਵਾ ਸਾਡੇ ਕੋਲ ਆਪਣਾ ਸੰਗੀਤ ਦਾ, ਠੀਕ ਹੈ, ਹਾਰਮੋਨੀਅਮ, ਤਬਲੇ ਤੇ ਕਲਾਸੀਕਲ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਧਰਮ ਚ ਲੋੜ ਪੈਂਦੀ ਹੈਗੀ ਉਹ ਅਸੀਂ ਮੁਹੱਈਆ ਕਰਾ ਸਕਦੇ ਹੈਗੇ। ਠੀਕ ਹੈ ਜੀ। ਇਹਨਾਂ ਤੋਂ ਇਲਾਵਾ ਸਾਡੇ ਕੋਲ ਸਕੂਲ ਬੋਰਡ ਦੇ ਨਾਲ ਸਾਡੇ ਬਹੁਤ ਕਨੈਕਸ਼ਨਸ ਹੈਗੇ। ਠੀਕ ਹੈ। ਅਸੀਂ ਇੱਥੇ ਦੇ ਸਾਰੇ ਸਕੂਲ ਬੋਰਡਾਂ ਦੇ ਵਿੱਚ ਜਿੱਥੇ ਇੱਥੇ ਪੰਜਾਬੀ ਪੜ੍ਹਾਈ ਜਾਂਦੀ ਹੈਗੀ ਆ ਅਸੀਂ ਉਹਨਾਂ ਦੇ ਅਫੀਸ਼ੀਅਲ ਵੈਂਡਰ ਹੈਗੇ ਆ। ਠੀਕ ਹੈ ਜੀ। ਤੇ ਅਸੀਂ ਕਿਤਾਬਾਂ ਇੱਥੋਂ ਭੇਜਦੇ ਹਾਂ। ਠੀਕ ਹੈ। ਨਾਟ ਓਨਲੀ ਪੀਲ ਤੇ GTA ਏਰੀਆ, ਅਸੀਂ ਕੈਨੇਡਾ ਵਾਈਡ ਹੀ ਹੈਗੇ ਆ। ਠੀਕ ਹੈ। ਸਾਡੇ ਕੋਲੋਂ BC ਤੱਕ ਸਮਾਨ ਜਾਂਦਾ ਹੈਗਾ, ਇੱਧਰ ਆਟਵਾ, ਮੌਂਟਰੀਅਲ ਵੀ ਜਾਂਦੇ ਹੈਗਾ ਸਮਾਨ, ਤੇ ਇੱਥੇ ਸਾਰਾ ਤੇ ਅਮਰੀਕਾ ਦੇ ਵਿੱਚ ਵੀ ਸਾਡੀਆਂ ਕਿਤਾਬਾਂ ਸਕੂਲਾਂ ਵਿੱਚ ਜਾਂਦੀਆਂ ਹੈਗੀਆਂ ਜੀ। ਇਸ ਤੋਂ ਇਲਾਵਾ ਜਿਹੜਾ ਲਿਟਰੇਚਰ ਔਰ ਜਿਹੜੀ ਆਪਣੇ ਗੁਟਕਾ ਸਾਹਿਬ, ਹਾਂਜੀ, ਸਿੱਖ ਧਰਮ ਦੇ ਨਾਲ ਤਾਲੁਕ ਰੱਖਣ ਵਾਲੀ ਕਿਤਾਬਾਂ ਅਸੀਂ ਜੇਲ੍ਹਾਂ ਦੇ ਵਿੱਚ ਵੀ ਪ੍ਰੋਵਾਈਡ ਕਰਦੇ ਹਾਂ। ਬਹੁਤ ਅੱਛੀ ਗੱਲ ਹੈ। ਅੰਟੇਰੀਓ ਜੇਲ੍ਹ ਦੇ ਵਿੱਚ ਸਾਡੀ ਸੰਸਥਾ ਅਫੀਸ਼ੀਅਲੀ ਰਿਪਰੈਜ਼ੈਂਟ ਕਰਦੀ ਹੈ ਸਿੱਖੀਜ਼ਮ ਨੂੰ ਜੀ, ਤੇ ਉੱਥੇ ਦੇ ਸਾਰੇ ਕਾਰਜ ਅਸੀਂ ਕਰਦੇ। ਬਹੁਤ ਅੱਛਾ ਜੀ, ਬਹੁਤ ਅੱਛਾ। ਵਾਹਿਗੁਰੂ ਦੀ ਬਹੁਤ ਕਿਰਪਾ ਹੋਈ ਹੈ। ਔਰ ਅਖੀਰ ਦੇ ਵਿੱਚ ਤੁਸੀਂ ਆਪਣਾ ਟੈਲੀਫੋਨ ਨੰਬਰ ਜਾਂ ਈਮੇਲ ਦੱਸਣਾ ਚਾਹੋਗੇ? ਅਗਰ ਕੋਈ ਸਿੱਖ ਸੰਗਤ ਦੁਨੀਆ ਦੇ ਜਿੱਥੇ ਵੀ ਜਿਸ ਮਰਜ਼ੀ ਇਲਾਕੇ ਦੇ ਵਿੱਚ ਬੈਠੀ ਹੈ, ਅਗਰ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਜੋ ਤੁਹਾਡੇ ਕੋਲ ਇੱਥੇ ਮੌਜੂਦ ਹੈ ਜ਼ਰੂਰਤ ਹੋਵੇ ਤਾਂ ਤੁਹਾਨੂੰ ਆਰਡਰ ਕਰ ਸਕਦੇ ਨੇ, ਆਪਣਾ ਕ੍ਰੈਡਿਟ ਕਾਰਡ ਨੰਬਰ ਦੇ ਸਕਦੇ ਨੇ ਉਹ ਖਰਚੇ ਲਈ? ਹਾਂਜੀ, ਅਸੀਂ ਉਹ ਕਰ ਲੈਂਦੇ ਹੁੰਦੇ ਹਾਂ। ਤੇ ਅੱਜ ਕੱਲ੍ਹ ਤੇ ਜਿਹੜਾ ਟ੍ਰਾਂਸਫਰ ਬੜੇ ਆਰਾਮ ਨਾਲ ਜਾਂਦਾ ਹੈਗਾ, ਸਾਰਾ ਕੁਝ ਹੋ ਜਾਏਗਾ। ਇਸ ਤੋਂ ਪਹਿਲਾਂ ਮੈਂ ਆਪ ਜੀ ਨੂੰ ਇੱਕ ਚੀਜ਼ ਹੋਰ ਐਡ ਕਰਨੀ ਚਾਹਾਂਗਾ। ਇਹਨਾਂ ਤੋਂ ਇਲਾਵਾ ਅਸੀਂ ਜਿਹੜੇ ਨਾ ਸੀਨੀਅਰਸ ਹੋਮ, ਹਾਂਜੀ, ਨਰਸਿੰਗ ਹੋਮਸ ਜੀ, ਇੱਥੇ ਦੇ ਹਸਪੀਟਲਸ, ਹਾਂਜੀ, ਇਹਨਾਂ ਵਿੱਚ ਵੀ ਸਾਡੀਆਂ ਸੇਵਾਵਾਂ ਚੱਲਦੀਆਂ ਹੈ। ਠੀਕ ਹੈ।
ਤੇ ਕਿਸੇ ਵੀ ਤਰੀਕੇ ਦੇ ਕਿਸੇ ਵੀ ਸਰਕਾਰੀ ਅਦਾਰੇ ਦੇ ਵਿੱਚ ਕਿਸੇ ਚੀਜ਼ ਦੀ ਲੋੜ ਹੁੰਦੀ ਹੈਗੀ ਤੇ ਅਸੀਂ ਉਹਨਾਂ ਨੂੰ ਇਹ ਪ੍ਰੋਵਾਈਡ ਕਰਦੇ ਹਾਂ ਜੀ। ਤੇ ਬਾਕੀ ਜਿਹੜਾ ਹੈਗਾ ਸਾਡਾ ਫੋਨ ਨੰਬਰ ਜਿਹੜਾ ਹੈਗਾ 905 ਜੀ 671 3131 ਜੀ 905 671 3131 ਜੀ। ਸਾਡੀ ਜਿਹੜੀ ਈਮੇਲ ਹੈਗਾ gsc.canada@gmail.com ਜੀ। ਔਰ ਇਹਨਾਂ ਦਾ ਐਡਰੈਸ ਹੈ ਜੀ 7875 93 ਡਰਾਈਵ, ਯੂਨਿਟ ਨੰਬਰ 17, ਮਿਸੀਸਾਗਾ। ਸੋ ਮੇਨ ਇੰਟਰਸੈਕਸ਼ਨ ਤੁਸੀਂ ਆਖ ਸਕਦੇ ਹੋ, ਡਿਕਸੀ ਐਂਡ ਡੈਰੀ ਵੀ ਆਖ ਸਕਦੇ ਹੋ, ਬਿਲਕੁਲ ਜਿਹੜਾ ਮੇਨ ਹੈਗਾ ਜੀ। ਸੋ ਵਾਹਿਗੁਰੂ ਦੀ ਬਖਸ਼ਿਸ਼ ਤੁਹਾਡੇ ਉੱਪਰ ਇਸੇ ਤਰ੍ਹਾਂ ਬਣੀ ਰਵੇ। ਅਸੀਂ ਸਤਿਆਪਾਲ ਸਿੰਘ ਜੀ ਤੁਹਾਡੇ ਸਾਰੇ ਸੇਵਾਦਾਰਾਂ ਦੇ ਲਈ, ਸਟਾਫ ਦੇ ਲਈ ਦਿਲੋਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਤੁਸੀਂ ਸਾਡੇ ਨਾਲ ਵਕਤ ਸਾਂਝਾ ਕੀਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਬਾਤ ਅਸੀਂ ਗੁਰਫਤਿਹ ਸੇਵਾ ਸੈਂਟਰ ਤੋਂ ਸਰਦਾਰ ਸਤਿਆਪਾਲ ਸਿੰਘ ਜੀ ਨਾਲ ਕੀਤੀ ਹੈ। ਹੁਣ ਸਾਡੇ ਨਾਲ ਸਰਦਾਰ ਨਿਰਲੇਪ ਸਿੰਘ ਸਿੱਧੂ ਸਾਹਿਬ ਨੇ, ਔਰ ਇਹ ਵੀ ਇੱਥੇ ਸੇਵਾ ਨਿਭਾ ਰਹੇ ਨੇ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹੋਰ ਸਵਾਲ ਹੈ ਕਿ ਜਦੋਂ ਆਪਾਂ ਸੇਵਾ ਕਰਦੇ ਹਾਂ, ਗੁਰੂ ਨਾਨਕ ਪਾਤਸ਼ਾਹ ਪਹਿਲੇ ਪਾਤਸ਼ਾਹ ਤੋਂ ਲੈ ਕੇ ਸੱਚਾ ਸੌਦਾ ਲਗਾਤਾਰ ਹੁੰਦਾ ਆ ਰਿਹਾ, ਵੱਖ-ਵੱਖ ਲੋਕ ਇਹ ਸੇਵਾ ਨਿਭਾਉਂਦੇ ਆ ਰਹੇ ਨੇ, ਔਰ ਆਉਣ ਵਾਲੀ ਦੁਨੀਆ, ਰਹਿੰਦੀ ਦੁਨੀਆ ਤੱਕ ਵੀ ਇਹ ਸੇਵਾ ਜਿਹੜੀ ਹੈ ਨਿਭਾਉਂਦੀ ਦੁਨੀਆ ਰਹੇਗੀ, ਕਿਉਂਕਿ ਅਸੀਂ ਦੁਨਿਆਵੀ ਜੀਵ ਹਾਂ। ਇੰਨੀ ਸੇਵਾ ਕਰਦੇ ਹਾਂ, ਤੁਹਾਡਾ ਜਿਹੜਾ ਪਰਿਵਾਰ ਆ, ਬੱਚੇ, ਪਤਨੀ, ਹੋਰ ਜਿਹੜੇ ਘਰ ਦੇ ਵਿੱਚ ਜੀ ਨੇ, ਤੁਹਾਨੂੰ ਕਦੀ ਕਹਿੰਦੇ ਨਹੀਂ ਕਿ ਤੁਸੀਂ ਜ਼ਿਆਦਾ ਟਾਈਮ ਸੇਵਾ ਤੇ ਦੇ ਰਹੇ ਹੋ, ਪਰਿਵਾਰ ਨੂੰ ਘੱਟ ਦੇ ਰਹੇ ਹੋ? ਕਦੀ ਇਹੋ ਜਿਹੀ ਮੁਸ਼ਕਿਲ ਤਾਂ ਨਹੀਂ ਪੇਸ਼ ਆਈ? ਸ਼ੁਰੂਆਤ ਦੇ ਵਿੱਚ ਸਾਨੂੰ ਆਇਆ। ਠੀਕ ਹੈ। ਸ਼ੁਰੂਆਤ ਜਦੋਂ ਸ਼ੁਰੂ ਕੀਤਾ ਅਸੀਂ ਸੱਚੇ, ਤੇ ਉਸ ਤੋਂ ਬਾਅਦ ਗੁਰਫਤਿਹ ਸੇਵਾ ਸੈਂਟਰ ਫਾਊਂਡਰ ਕੀਤਾ, ਉਦੋਂ ਕੁਛ ਸੀ ਇਹ ਸਾਨੂੰ ਟਰਾਊਜ਼ ਆਈਆਂ ਜੀ। ਘਰਾਂ ਦੇ ਵਿੱਚ ਕਹਿੰਦੇ ਸੀ ਤੁਸੀਂ ਜ਼ਿਆਦਾ ਟਾਈਮ ਇਹ ਸੱਚੇ ਸੌਦੇ ਨੂੰ ਦਿੰਦੇ ਹੋ ਜੀ, ਤੇ ਉਸ ਤੋਂ ਬਾਅਦ ਗੁਰਫਤਿਹ ਨੂੰ ਦਿੰਦੇ ਹੋ। ਹਾਂਜੀ, ਜ਼ਰੂਰ, ਇਹ ਬਿਲਕੁਲ ਸਹੀ ਹੈ ਤੁਹਾਡੀ ਗੱਲ। ਘਰੋਂ ਜਿਹੜੀ ਪਤਨੀ ਹੈਗੀ ਆ ਜਾਂ ਬੱਚੇ ਹੈਗੇ ਨੇ, ਹਾਂਜੀ, ਉਹ ਇਸ ਗੱਲ ਨਾਲ ਬਿਲਕੁਲ ਸਹੀ ਗੱਲ ਹੈ ਵੀ ਉਹ ਕਾਫੀ ਮਾਯੂਸ ਸੀਗੇ ਪਹਿਲਾਂ। ਠੀਕ ਹੈ। ਫਿਰ ਜਦੋਂ ਉਹਨਾਂ ਨੂੰ ਅਸੀਂ ਆਪ ਵਿੱਚ ਇਨਵੋਲਵ ਕਰਾਇਆ ਨਾ, ਹਾਂਜੀ, ਫਿਰ ਉਹਨਾਂ ਨੂੰ ਲਿਆ ਕੇ ਇੱਥੇ ਵਿੱਚ ਇਨਵੋਲਵ ਕੀਤਾ, ਉਹਨਾਂ ਤੋਂ ਸੇਵਾ ਕਰਵਾਈ, ਹਾਂਜੀ, ਫਿਰ ਉਹਨਾਂ ਨੂੰ ਸੰਗਤ ਨਾਲ ਮਿਲੇ। ਠੀਕ ਹੈ। ਕਿਉਂਕਿ ਇੱਥੇ ਸੰਗਤ ਜਿਹੜੀ ਆਉਂਦੀ ਆ ਉਹ ਬੜੀ ਚੜ੍ਹਦੀ ਕਲਾ ਚ ਆਉਂਦੀ ਹੈ। ਠੀਕ ਹੈ ਜੀ। ਉਹ ਸਾਨੂੰ ਐਡੀ ਤਗੜੀ ਫੀਡਬੈਕ ਮਿਲਦੀ ਹੈ ਨਾ। ਠੀਕ ਹੈ। ਕਿ ਸਾਡਾ ਜਿਹੜਾ ਮਤਲਬ ਅਸੀਂ ਉਹਦੇ ਜਿਹੜਾ ਹੈ ਨਾ ਖੁਸ਼ੀ, ਹਾਂਜੀ, ਉਹ ਤੁਹਾਨੂੰ ਬਿਆਨ ਨਹੀਂ ਕਰ ਸਕਦੇ। ਤੁਹਾਡਾ ਮਨੋਬਲ ਬਹੁਤ ਉੱਚਾ ਹੁੰਦਾ। ਇਹਦੇ ਵਿੱਚ ਸਾਨੂੰ ਐਡੀ ਮਤਲਬ ਮਿਲਦਾ, ਸਾਨੂੰ ਖੁਸ਼ੀ ਮਿਲਦੀ ਹੈ ਕਿ ਇੱਕ ਤਾਂ ਹੁੰਦਾ ਜੇ ਤੁਸੀਂ ਬਿਜ਼ਨਸ ਕਰਦੇ ਹੋ, ਤੁਹਾਨੂੰ ਕੋਈ ਕਿਸੇ ਚੀਜ਼ ਦਾ ਮਤਲਬ ਹੋਵੇ ਵੀ ਇਹ ਚੋਂ ਪੈਸਾ ਤੁਹਾਨੂੰ ਆਉਣਾ, ਜਿਹੜੀ ਨਿਰੋਲ ਸੇਵਾ ਨਾ, ਉਹਦੇ ਚ ਜਿਹੜਾ ਮਤਲਬ ਖੁਸ਼ੀ ਹੁੰਦੀ ਹੈ ਉਹ ਬਿਆਨ ਤੋਂ ਬਾਹਰ ਹੈ। ਔਰ ਅਗਰ ਕੋਈ ਬਾਹਰ ਬੈਠਾ ਵਿਅਕਤੀ ਜਾਂ ਸਾਡੇ ਸ਼ਹਿਰ ਦੇ ਵਿੱਚ ਕੋਈ ਪੁਰਾਣੀ ਤੁਹਾਡੀ ਜਿਹੜਾ ਗੱਲਬਾਤ ਸੁਣ ਰਿਹਾ, ਉਹਦੇ ਮਨ ਦੇ ਵਿੱਚ ਵੀ ਆਵੇ ਕਿ ਉਹ ਵੀ ਇਸ ਤਰ੍ਹਾਂ ਦੀ ਸੇਵਾ ਨਿਭਾਉਣੀ ਚਾਹੁੰਦਾ ਹੈ, ਉਹ ਇੱਥੇ ਆ ਕੇ ਸੇਵਾ ਕਰ ਸਕਦਾ ਹੈ? ਬਿਲਕੁਲ ਕਰ ਸਕਦਾ। ਸਾਡੇ ਨਾਲ ਸੇਵਾਦਾਰ ਜੁੜੇ ਹੋਏ ਨੇ। ਠੀਕ ਹੈ। ਹੁਣੇ ਤੁਸੀਂ ਗੁਰਨਾਮ ਸਿੰਘ ਤੁਹਾਡੇ ਨਾਲ ਗੱਲ ਹੋਈ ਹੈ, ਹਾਂਜੀ, ਉਹ ਇਲੈਕਟਰ ਦਾ ਕੰਮ ਕਰਦੇ ਨੇ ਜੀ। ਆ ਜਿਹੜੀ ਕੈਬਨਿਟਸ ਵਗੈਰਾ ਸਾਡੀਆਂ ਬਣੀਆਂ ਹੋਈਆਂ ਨੇ, ਇਹ ਕੁਲਵਿੰਦਰ ਸਿੰਘ ਨੇ, ਉਹ ਇਸ ਚੀਜ਼ ਦੇ ਮਾਹਰ ਨੇ, ਉਹਨਾਂ ਸਾਰੀ ਸੇਵਾ ਚ ਕੀਤਾ ਹੈ। ਠੀਕ ਹੈ ਜੀ। ਉਹਨਾਂ ਇੱਕ ਸੈਂਟ ਨਹੀਂ ਸਾਥੋਂ ਲਿਆ। ਹਾਂ, ਅਸੀਂ ਜਿਹੜੀ ਲੱਕੜ ਹੈ ਉਹਦੇ ਪੈਸੇ ਜ਼ਰੂਰ ਅਸੀਂ ਪੇ ਕੀਤੇ ਨੇ, ਪਰ ਲੇਬਰ ਦਾ ਕੋਈ ਪੈਸਾ ਨਹੀਂ, ਇੱਕ ਸੈਂਟ ਹੀ ਲਿਆ ਸਾਥੋਂ। ਬਾਕੀ ਸਾਡੇ ਕੋਲੋਂ ਮੁੰਡੇ ਆਪਣੇ ਟਰੱਕ ਚਲਾਉਂਦੇ ਨੇ, ਉਹ ਇੱਥੇ ਆ ਕੇ ਸੇਵਾ ਕਰਦੇ ਨੇ। ਠੀਕ ਹੈ। ਆ ਸਾਰਾ ਸਾਫ ਸਫਾਈ ਦਾ, ਕਈ ਵਾਰੀ ਬੁੱਕਸ ਕੱਢ ਕੇ ਉਹਨਾਂ ਦੀ ਧੂੜ ਵਗੈਰਾ ਸਾਫ਼ ਕਰਦੇ ਨੇ ਤੇ ਰੇਡੀਓ ਬਣਾ ਕੇ ਜਾਂਦੇ ਨੇ। ਬੀਬੀ ਹੈ ਇੱਕ ਨੀਟੂ ਬਰਾੜ, ਉਹ ਵੀ ਆਉਂਦੀ ਹੈ, ਤੇ ਗੁਰਪ੍ਰੀਤ ਹੈਗਾ ਕਾਕਾ ਲੜਕਾ, ਉਹ ਆਉਂਦਾ। ਤੇ ਬਹੁਤ ਯੰਗ ਜਨਰੇਸ਼ਨ ਸਾਡੇ ਕੋਲ ਹੈ ਜਿਹੜੀ ਆ ਕੇ ਇੱਥੇ ਸੇਵਾ ਕਰਦੀ ਹੈ। ਅਸੀਂ ਇਨਵੀਟੇਸ਼ਨ ਇਨਵਾਈਟ ਕਰਦੇ ਹਾਂ, ਕੋਈ ਵੀ ਆ ਕੇ ਇੱਥੇ ਸੇਵਾ ਕਰਨਾ ਚਾਹੁੰਦਾ ਉਹ ਜੀ ਸਭ ਕੇ ਇੱਥੇ ਆ ਸਕਦਾ। ਇੱਕ ਹੋਰ ਸਵਾਲ ਹੈ, ਅਗਰ ਕੋਈ ਜਿਸ ਤਰ੍ਹਾਂ ਦੇ ਬੱਚੇ ਅੱਜ ਕੱਲ੍ਹ ਨੇ ਗੁਰੂ ਘਰਾਂ ਦੇ ਵਿੱਚ ਜਾ ਕੇ, ਮੰਦਰਾਂ ਮਸਜਿਦਾਂ ਵਿੱਚ, ਸਿਨੇਗਾਗ ਦੇ ਵਿੱਚ ਜਾ ਕੇ ਸੇਵਾ ਕਰਦੇ ਨੇ, ਅਗਰ ਕੋਈ ਇੱਥੇ ਵੀ ਤੁਹਾਡੇ ਨਾਲ ਕੋਈ ਵਲੰਟੀਅਰ ਕੰਮ ਕਰਦਾ ਹੈ, ਉਹਦਾ ਵਲੰਟੀਅਰ ਆਵਰਸ ਵੀ ਕਾਊਂਟ ਹੁੰਦੇ ਨੇ ਸਰਕਾਰ ਦੇ ਵੱਲੋਂ? ਕੋਈ ਇਸ ਬਾਰੇ ਪਤਾ ਹੈ ਤੁਹਾਨੂੰ? ਹਾਂਜੀ, ਸਾਡੇ ਕੋਲ ਸਰਕਾਰ ਵੱਲੋਂ ਅਸੀਂ ਰਿਕਗਨਾਈਜ਼ਡ ਹਾਂ। ਠੀਕ ਹੈ। ਅਸੀਂ ਇੱਥੇ ਉਹਨੂੰ ਸਰਟੀਫਿਕੇਟ ਦੇ ਸਕਦੇ ਹਾਂ ਜਿੰਨੇ ਘੰਟੇ, ਪਰ ਉਹਨੂੰ ਆ ਕੇ ਇੱਥੇ ਉਹਨੇ ਘੰਟੇ ਸੇਵਾ ਕਰਨੀ ਪਏਗੀ। ਬਿਲਕੁਲ ਜੀ, ਬਿਲਕੁਲ, ਉਸ ਤੋਂ ਜ਼ਿਆਦਾ ਕਰਨੀ ਚਾਹੀਦੀ। ਹਾਂ, ਅਸੀਂ ਇਹ ਨਹੀਂ ਹੈ ਕਿ ਬੰਦਾ 10 ਘੰਟੇ ਸੇਵਾ ਕਰਕੇ
40 ਘੰਟੇ ਸਾਥੋਂ ਸਰਟੀਫਿਕੇਟ ਮੰਗੇ, ਉਹ ਅਸੀਂ ਨਹੀਂ ਕਰਦੇ। ਨਹੀਂ ਜੀ, ਬਿਲਕੁਲ 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 ਉਨੀ ਸੇਵਾ ਕਰ, ਜਿੰਨੀ ਸੇਵਾ ਕਰੂ ਉਹਦਾ ਸਰਟੀਫਿਕੇਟ ਉਹਨੂੰ ਮਿਲੂਗਾ ਜੀ। ਬਹੁਤ ਅੱਛੀ ਗੱਲ ਹੈ ਜੀ। ਤੇ ਅਖੀਰ ਦੇ ਵਿੱਚ ਸਰਦਾਰ ਸਾਹਿਬ ਤੁਸੀਂ ਸਿੱਖ ਸੰਗਤ ਨੂੰ ਆਪਣੇ ਵੱਲੋਂ ਕੋਈ ਸੰਦੇਸ਼ ਦੇਣਾ ਚਾਹੋ? ਇਹ ਸੰਦੇਸ਼ ਇਹੀ ਹੈ ਜੀ, ਇਹ ਸੇਵਾ ਸੈਂਟਰ ਜਿਹੜਾ ਹੈ ਇਹ ਸੰਗਤ ਹੈ। ਠੀਕ ਹੈ ਜੀ। ਇਹ ਕਿਸੇ ਬੰਦੇ ਦਾ ਨਹੀਂ ਹੈ। ਇੱਥੇ ਜੋ ਵੀ ਸੇਵਾ ਕੋਈ ਖਰੀਦ ਤੋਂ ਫਰੋਖਤ ਹੁੰਦੀ ਹੈ ਜੀ, ਉਹ ਸਾਰੀ ਇਸੇ ਉੱਤੇ ਹੀ ਲੱਗਦੀ ਹੈ। ਠੀਕ ਹੈ। ਸਾਡੀ ਪਾਕਟ ਦੇ ਵਿੱਚ 1 ਸੈਂਟ ਵੀ ਨਹੀਂ ਅਸੀਂ, ਹਾਲਾਂਕਿ ਅਸੀਂ ਘਰ ਤੋਂ ਸਾਰਾ ਖਾਣਾ ਪੀਣਾ, ਚਾਹ ਪਾਣੀ ਦਾ ਜਿੰਨਾ ਵੀ ਹੈ ਉਹ ਘਰਾਂ ਤੋਂ ਲੈ ਕੇ ਆਉਂਦੇ ਹਾਂ। ਠੀਕ ਹੈ। ਤੇ ਇੱਥੇ ਇਸ ਖਜ਼ਾਨੇ ਦੇ ਵਿੱਚੋਂ 1 ਸੈਂਟ ਵੀ ਅਸੀਂ ਆਪਣੇ ਵਾਸਤੇ, ਜੇ ਅਸੀਂ ਕੋਈ ਚੀਜ਼ ਲੈਂਦੇ ਆ, ਸਪੋਜ਼ ਪਾਂਡਾ ਦੀ ਕੋਈ ਚੀਜ਼ ਲੈਂਦੇ ਆ ਤਾਂ 10 ਪਾ ਕੇ ਜਾਵਾਂਗੇ ਇੱਥੇ। ਠੀਕ ਹੈ। ਨਾ ਕਿ ਇੱਥੋਂ ਕੋਈ ਅਸੀਂ ਕੋਈ ਆਪਣੇ ਵਾਸਤੇ ਕੋਈ ਫ੍ਰੀ ਚੀਜ਼ ਲੈ ਕੇ ਜਾਈਏ। ਠੀਕ ਹੈ ਜੀ। ਇਹੀ ਸਾਡੇ ਸਾਰਿਆਂ ਦਾ ਅਸੂਲ ਹੈ। ਇੱਥੇ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਨੇ, ਜਿੰਨੇ ਵੀ ਸਾਡੇ ਮੈਂਬਰਸ ਨੇ, ਤੇ ਉਹ ਸਾਰੇ ਇਹੀ ਅਸੂਲ ਹੈ ਕਿ ਜੇ ਉਹਨੇ ਕੋਈ ਚੀਜ਼ 10,000 ਦੀ ਲੈਣੀ ਹੈ ਤਾਂ ਉਹ 10 ਤਾਂ ਦੇ ਕੇ ਜਾਣਾ ਉਹਨੇ, ਪਰ ਉਹ ਤੋਂ ਵੱਧ ਵੀ ਕੋਸ਼ਿਸ਼ ਕਰਦਾ। ਹੁਣ ਤੁਸੀਂ ਆ ਬੀਬੀ ਸਾਨੂੰ ਆਈ ਸੀ, ਉਹ ਲੈ ਕੇ ਗਈ ਹੈ, ਚਿੱਪ ਪਵਾ ਕੇ ਗਈ ਹੈ ਰੇਡੀਓ, ਉਹ ਮਤਲਬ ਉਸ ਤੋਂ ਵੱਧ ਪੈਸੇ ਦਿੰਦੀ ਸੀ ਕਿ ਮੈਂ ਇਸ ਡੋਨੇਸ਼ਨ ਦੇਣੀ ਹੈ। ਤੁਹਾਡੇ ਸਾਹਮਣੇ ਮੈਂ ਕਿਹਾ ਉਹ ਬੀਬੀ ਉਹ ਸਾਹਮਣੇ ਬਾਹਰ ਬਾਕਸ ਲੱਗਾ, ਹਾਂ ਬਾਹਰ ਉਹ ਪਏ ਹੋਏ ਨੇ ਬਾਕਸ, ਇੱਕ ਪਿੰਗਲਵਾੜੇ ਦਾ, ਇੱਕ ਫੂਡ ਵਾਲਿਆਂ ਦਾ, ਉਹਦੇ ਤੁਸੀਂ ਪਾ ਸਕਦੇ ਜੀ। ਸੋ ਅਸੀਂ ਵੀ ਅਕਾਲ ਪੁਰਖ ਅੱਗੇ ਬੇਨਤੀ ਕਰਦੇ ਹਾਂ ਜੀ, ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਤੁਹਾਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖੇ, ਮਨੋਬਲ ਨੂੰ ਇਸੇ ਤਰ੍ਹਾਂ ਹੀ ਕਾਇਮ ਰੱਖੇ, ਔਰ ਤੁਸੀਂ ਇਸੇ ਤਰ੍ਹਾਂ ਹੀ ਆਪਣੇ ਸਮਾਜ ਦੀ, ਕੈਨੇਡਾ ਦੇ ਵਿੱਚ ਸਿੱਖ ਸੰਗਤ ਦੀ ਸੇਵਾ ਕਰਦੇ ਰਹੋ। ਤੁਸੀਂ ਸਾਡੇ ਨਾਲ ਵਕਤ ਸਾਂਝਾ ਕੀਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ। ਮੈਂ ਇੱਕ ਹੋਰ ਛੋਟੀ ਜੀ ਇੰਸੀਡੈਂਟ ਸ਼ੇਅਰ ਕਰਨਾ ਚਾਹੁੰਦਾ। ਹਾਂਜੀ। ਇੱਥੇ ਇੱਕ ਦਿਨ ਗੋਰੀ ਇੱਕ ਆਈ। ਅੱਛਾ ਜੀ। ਉਹ ਬਾਹਰ ਉਹਦੇ ਕੋਲ ਸੂਟਕੇਸ ਸੀਗਾ, ਉਹਨੇ ਆਦਾ ਸ਼ੂ ਲਾ ਕੇ ਅੰਦਰ ਜਦੋਂ ਵੜੀ ਨਾ, ਹਾਂਜੀ, ਉਹਨੇ ਕਿਹਾ ਵੀ ਮੈਨੂੰ ਇੱਥੇ ਇਹੀ ਜਿਹੀ ਵਾਈਬ੍ਰੇਸ਼ਨਸ ਹਿੱਟ ਕੀਤੀਆਂ ਨੇ ਕਿ ਮੈਂ ਬਿਆਨ ਨਹੀਂ ਕਰ ਸਕਦੀ। ਮੈਨੂੰ ਇੱਥੇ ਇੰਨੀ ਸੋਹਣੀ ਮਤਲਬ ਵਾਈਬ੍ਰੇਸ਼ਨ ਆਈਆਂ ਨੇ, ਪੋਜ਼ਿਟਿਵ ਵਾਈਬ੍ਰੇਸ਼ਨ ਮੈਨੂੰ ਹਿੱਟ ਕੀਤੀਆਂ ਨੇ। ਤੁਸੀਂ ਇੱਥੇ ਕੀ ਕਰਦੇ ਹੋ? ਉਹਨੂੰ ਇਹ ਨਹੀਂ ਸੀ ਪਤਾ ਵੀ ਇਹ ਮਤਲਬ ਸੇਵਾ ਸੈਂਟਰ ਹੈਗਾ ਜਾਂ ਉਹਨੂੰ ਇਹ ਸੀ ਵੀ ਕੋਈ ਬਿਜ਼ਨਸ ਹੈ ਇਹ। ਕਹਿੰਦੀ ਇਹ ਮੈਨੂੰ ਇੱਥੋਂ ਇੰਨੀਆਂ ਤਕੜੀ ਵਾਈਬ੍ਰੇਸ਼ਨ ਹਿੱਟ ਕੀਤੀਆਂ ਨੇ ਕਿ ਮੈਂ ਬਿਆਨ ਨਹੀਂ ਕਰ ਸਕਦੀ ਜੀ। ਇੱਥੇ ਕਈ ਇੱਕ ਚਾਈਨਾ ਤੋਂ ਬੀਬੀ ਆਈ ਸੀ, ਉਹ ਪੰਜਾਬੀ ਪੜ੍ਹਾਉਂਦੀ ਹੈ ਨਾ, ਚਾਈਨਾ ਤੇ ਜਾਪਾਨ ਦੇ ਵਿੱਚ। ਅੱਛਾ ਜੀ। ਉਹ ਜਾਪਾਨ 'ਚ ਪੰਜਾਬੀ ਪੜ੍ਹਾਉਂਦੀ ਹੈ ਜੀ। ਉਹ ਇੱਥੇ ਆਈ, ਉਹਨੂੰ ਬੁੱਕਸ ਚਾਹੀਦੀਆਂ ਸੀ, ਅਸੀਂ ਉਹਨੂੰ ਫ੍ਰੀ ਬੁੱਕਸ ਦਿੱਤੀਆਂ। ਹਾਂਜੀ। ਇਸ ਤਰ੍ਹਾਂ ਦੀ ਸੇਵਾ ਜਿਹੜੀ ਹੈ ਨਾ, ਅਸੀਂ ਉਹਨੂੰ ਫ੍ਰੀ ਦਿੱਤੀਆਂ, ਪਰ ਅਸੀਂ ਆਪਦੀ ਪਾਕਟ ਦੇ ਵਿੱਚੋਂ ਪਾ ਕੇ। ਹੁਣ ਇੱਕ ਗੁਰਦੁਆਰਾ ਸਾਹਿਬ ਆਪਣੇ ਨਿਊ ਬਰੰਸਵਿਕ ਖੁੱਲਿਆ। ਅੱਛਾ ਜੀ। ਉਹ ਨਿਊ ਬਰੰਸਵਿਕ ਉਹਨਾਂ ਨੂੰ ਚਾਹੀਦੇ ਸੀ 5 ਪਿਆਰਾਂ ਦੇ ਬਸਤਰ ਚਾਹੀਦੇ ਸੀ, ਕਿਰਪਾਨਾਂ ਚਾਹੀਦੀਆਂ ਸੀ। 400 $450 ਦਾ ਬਿੱਲ ਸੀਗਾ। ਅਸੀਂ ਸਾਰਿਆਂ ਨੇ ਆਪਦੇ ਕੋਲੋਂ $100 ਪਾ ਕੇ ਉਹਨਾਂ ਨੂੰ ਫ੍ਰੀ ਭੇਜੇ। ਬਹੁਤ ਅੱਛਾ। ਉਹ ਸਾਡੇ ਐਡੇ ਤਗੜੇ ਜੁੜੇ ਹੋਏ ਨੇ ਹੁਣ ਇਸ ਵੇਲੇ। ਗੁਰੂ ਬਖਸ਼ਿਸ਼ ਹੈ, ਬਹੁਤ ਮਿਹਰ ਕੀਤੀ ਹੈ ਦਾਤੇ ਨੇ ਸਾਨੂੰ, ਇਹ ਜਿਹੜੀ ਉਦਮ ਦਿੱਤਾ ਹੈ। ਅਸੀਂ ਇਹਦਾ ਧੰਨਵਾਦ ਨਹੀਂ ਕਰ ਸਕਦੇ ਅਕਾਲ ਪੁਰਖ ਦਾ ਕਿ ਸਾਨੂੰ ਇੰਨੀ ਖੁਸ਼ੀ ਹੁੰਦੀ ਹੈ ਇੱਥੇ ਆ ਕੇ। ਹੁਣ ਤਾਂ ਈਵਨ ਸਾਨੂੰ ਇਹ ਜਿਹੜਾ ਚੱਲ ਰਿਹਾ ਕੋਵਿਡ ਦਾ ਲਾਕਡਾਊਨ ਕਰਕੇ ਘਰਾਂ 'ਚ ਬੈਠਣਾ ਸਾਨੂੰ ਦੁੱਭਰ ਹੋਇਆ ਪਿਆ। ਇੱਥੇ ਆ ਕੇ ਸਾਡਾ ਬਹੁਤ ਸੋਹਣਾ ਟਾਈਮ ਲੱਗਿਆ। ਔਰ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਜਿਹੜੀ ਇੱਕ ਦੁੱਖ ਦੀ ਘੜੀ ਸਾਰੀ ਦੁਨੀਆ ਉੱਪਰ ਆਈ ਹੋਈ ਹੈ, ਪ੍ਰਮਾਤਮਾ ਇਹਨੂੰ ਹਰ ਲਵੇ, ਇਸ ਦਾ ਨਿਪਟਾਰਾ ਕਰੇ। ਤੁਹਾਡੇ ਅੰਦਰ ਇਸੇ ਤਰ੍ਹਾਂ ਸੇਵਾ ਭਾਵਨਾ ਮਾਨਵਤਾ ਦੇ ਪ੍ਰਤੀ ਬਣੀ ਰਵੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਫਤਿਹ ਸੇਵਾ ਸੈਂਟਰ ਤੋਂ ਹੁਣ ਸਾਡੇ ਨਾਲ ਸਰਦਾਰ ਦਵਿੰਦਰ ਸਿੰਘ ਹਾਜ਼ਰ ਨੇ। ਦਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਸਾਹਿਬ, ਤੁਸੀਂ ਇਸ ਸੇਵਾ ਕੇਂਦਰ ਦੇ ਨਾਲ ਕਿੰਨੀ ਦੇਰ ਤੋਂ ਜੁੜੇ ਹੋਏ ਹੋ? ਸਤਿਗੁਰੂ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ 1999 ਵਿੱਚ ਤੋਂ ਸ਼ੁਰੂ ਕੀਤਾ ਸੀ ਇਹ। ਠੀਕ ਹੈ ਜੀ। ਤੇ ਇਹਦੀ ਸ਼ੁਰੂਆਤ ਜਿਹੜੀ ਸਿਗਲਨ ਗੁਰਦੁਆਰਾ ਤੋਂ ਹੋਈ ਸੀਗੀ। ਠੀਕ ਹੈ। ਤੇ ਜਿਹੜੀ ਕਿ ਅੱਜ ਤੱਕ ਇੱਥੋਂ ਤੱਕ ਪਹੁੰਚ ਚੁੱਕੀ ਹੈ। ਠੀਕ ਹੈ। ਤੇ ਬਾਕੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਨੂੰ ਬਾਕੀ ਸੇਵਾਦਾਰਾਂ ਤੋਂ ਮਿਲ ਚੁੱਕੀ ਹੈ। ਔਰ ਤੁਸੀਂ ਕਿੰਨਾ ਕੁ ਵਕਤ ਕੱਢਦੇ ਹੋ ਇੱਥੇ ਸੇਵਾ ਕਰਨ ਦੇ ਲਈ ਆਪਣੇ ਲਾਈਫ ਦੇ ਸਕੇਜੂਲ ਦੇ ਵਿੱਚੋਂ? ਗੁਰੂ ਦੀ ਕਿਰਪਾ ਨਾਲ ਦਾਸ ਹੁਣ ਤਾਂ 2 ਮਹੀਨੇ ਤੋਂ ਮੈਂ ਰਿਟਾਇਰ ਹਾਂ। ਠੀਕ ਹੈ ਜੀ। ਉਸ ਤੋਂ ਪਹਿਲਾਂ ਮੈਂ ਜਿਹੜਾ ਸੀ ਪੂਰਾ ਵੀਕਐਂਡ ਜੀ, ਆਲਮੋਸਟ ਸ਼ਾਮ ਨੂੰ 2 ਘੰਟੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੁੱਲ ਮਿਲਾ ਕੇ ਇੱਥੋਂ ਦੀ ਸੇਵਾ ਬਾਰੇ? ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਜਦੋਂ ਸੇਵਾ ਕਰਦੇ ਹੋ?
ਸੇਵਾ ਗੁਰੂ ਦੀ ਕਿਰਪਾ ਨਾਲ ਹੁੰਦੀ ਆ। ਠੀਕ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ ਕੋਈ ਸੇਵਾ ਨਹੀਂ ਕਰ ਸਕਦਾ। ਠੀਕ ਹੈ। ਜਿਹੜੀ ਗੱਲ ਕਹਿਣਾ ਚਾਹਣੀ ਆ ਉਹ ਸਾਰੀ ਇਨਫੋਰਮੇਸ਼ਨ ਆਪ ਨੂੰ ਮਿਲ ਗਈ ਹੈ। ਹਾਂਜੀ। ਤੇ ਲਿਟਰੇਚਰ ਤੇ ਔਰ ਬਹੁਤ ਸਾਰਾ ਕੁਝ ਦਾ ਆਪਣਾ ਭੰਡਾਰ ਆ ਅੱਜ ਕੱਲ ਹਰੇਕ ਜਗ੍ਹਾ ਤੇ ਮਿਲਦਾ, ਇੰਟਰਨੈਟ ਤੇ ਹੈਗਾ। ਪਰ ਅਸਲ ਗੱਲ ਜਿਹੜੀ ਹੈ ਉਹ ਆਪਾਂ ਨੂੰ ਕਮਾਉਣ ਦੀ ਲੋੜ ਹੈ ਇਸ ਵੇਲੇ ਜੀ। ਗੁਰੂ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੇ ਪ੍ਰਤਾ ਗੁਰੂ ਨਤਾਰੇ ਜੀ। ਸੋ ਇਸ ਕਰਕੇ ਜਦੋਂ ਆਪਾਂ ਇੱਥੇ ਸਭ ਨੂੰ ਜਿਹੜਾ ਜ਼ਿਆਦਾ ਮੇਨ ਭੰਡਾਰ ਹੈ ਗੁਰਬਾਣੀ ਆਪਾਂ ਸੰਗਤ ਵਿੱਚ ਵਰਤਾਉਂਦੇ ਆ। ਹਾਂਜੀ। ਤੇ ਬਾਕੀ ਬਹੁਤ ਸਾਰਾ ਸਮਾਨ ਕੋਲ ਹੈ, ਜਿਹੜਾ ਲੜੀਂਦਾ ਸਮਾਨ ਗੁਰਮਤਿ ਸਾਹਿਬ ਆਪਣੇ ਕੋਲ ਹੈਗਾ, ਸਭ ਕੁਝ ਮਿਲਦਾ ਆ ਜੀ। ਪਰ ਜਿਹੜੀ ਗੱਲ ਹੈ ਆਪਾਂ ਨੂੰ ਇਹਨੂੰ ਸੁਣ ਕੇ ਮੰਨ ਕੇ ਤੇ ਕਮਾਉਣਾ ਆ ਜੀ। ਤੇ ਉਹ ਜੇ ਕੋਈ ਕਮਾਏਗਾ, ਕੋਈ ਰੂਹ ਤਰ ਜਾਊਗੀ ਤਾਂ ਉਹਦਾ ਫਾਇਦਾ ਸਾਨੂੰ ਵੀ ਹੋਊਗਾ ਤੇ ਰੂਹ ਨੂੰ ਆਪ ਨੂੰ ਵੀ ਹੋਊਗਾ। ਇੰਨਾ ਕੀ ਦਾਸ ਦਾ ਸੰਦੇਸ਼ ਆ। ਤੇ ਦਵਿੰਦਰ ਸਿੰਘ ਜੀ, ਇੱਕ ਹੋਰ ਸਵਾਲ ਸੀਗਾ, ਤੁਸੀਂ ਇੰਨੀ ਸੇਵਾ ਕਰ ਰਹੇ ਹੋ, ਇੰਨਾ ਕੁਝ ਸਾਡੇ ਧਰਮ ਨਾਲ ਸੰਬੰਧਿਤ ਲਿਟਰੇਚਰ ਅਤੇ ਹੋਰ ਵਸਤੂਆਂ ਤੁਸੀਂ ਕੀਮਤ ਤੋਂ ਕੀਮਤੀ ਜਿਹੜੀ ਸਿੱਖ ਸੰਗਤ ਨੂੰ ਦੇ ਰਹੇ ਹੋ, ਤੁਹਾਨੂੰ ਕੀ ਲੱਗਦਾ ਕਿ ਤੁਸੀਂ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ? ਹਾਂ, ਬੜੀ ਗੁਰੂ ਦੀ ਕਿਰਪਾ ਆ। ਕਿਉਂਕਿ ਅਸੀਂ ਜਿਸ ਅਸੀਂ ਜ਼ੀਰੋ ਤੋਂ ਸ਼ੁਰੂ ਕੀਤਾ ਸੀ, ਐਸੇ ਗੁਰੂ ਦੀ ਕਿਰਪਾ ਨਾਲ ਲਿਟਰੇਚਰ ਹੈ ਅੰਦਰ ਔਰ ਬਿਲਡਿੰਗ ਜਿਹੜੀ ਸੰਸਥਾ ਦੀ ਆਪਣੀ ਹੈਗੀ ਹੈ ਜੀ। ਇਸ ਕਰਕੇ ਮਾਇਆ ਪੱਖੋਂ ਵੀ ਸੰਗਤਾਂ ਨੇ ਬਹੁਤ ਸੇਵਾ ਕੀਤੀ ਆ। ਠੀਕ ਹੈ। ਤੇ ਅਸੀਂ ਵੀ ਜੋ ਤਿਲ ਫੁੱਲ ਅਸੀਂ ਹਰ ਸਮੇਂ ਵਿੱਚ ਪਾਉਂਦੇ ਰਹਿੰਦੇ ਆ। ਜਿਹੜਾ ਤੁਹਾਨੂੰ ਬਿਆਨ ਕੀਤਾ ਹੀ ਵੀ ਜਦੋਂ ਸਾਨੂੰ ਸਮਾਂ ਮਿਲਦਾ ਆ, ਠੀਕ ਹੈ, ਅਸੀਂ ਉਹਦੇ ਵਿੱਚ ਪਾਈਦਾ ਆ। ਠੀਕ ਹੈ। ਬਾਕੀ ਜਿਹੜਾ ਅਸੀਂ ਇਹਦਾ ਹੈਗਾ ਆ ਜੋ ਅਸੀਂ ਖਾਣੇ ਪੀਣੇ ਆ, ਜਿਹੜਾ ਕਿਚਨ ਵਿੱਚ ਸਾਡਾ ਸਮਾਨ ਆਉਂਦਾ ਆ, ਉਹ ਅਸੀਂ ਉਹਦੀਆਂ ਜੇਬਾਂ ਚੋਂ ਲੈ ਕੇ ਆਣੀ। ਠੀਕ ਹੈ। ਤਾਂ ਇਸੇ ਦਾ ਜਿਹੜਾ ਪੈਸਾ ਇੱਥੇ ਹੀ ਲੱਗਦਾ, ਇਸ ਕਰਕੇ ਗੁਰੂ ਬੜੀ ਛੇਤੀ ਹੋ ਰਿਹਾ ਤੇ ਗੁਰੂ ਦੀ ਕਿਰਪਾ ਹੈ। ਅਸੀਂ ਵੀ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਜਿਹੜੀ ਕਰਦੇ ਹਾਂ ਜੀ, ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਸੇਵਾਦਾਰਾਂ ਨੂੰ ਇਸੇ ਤਰ੍ਹਾਂ ਮਨੋਬਲ ਬਖਸ਼ੇ, ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰੱਖੋ। ਔਰ ਦੁਨੀਆ ਦੇ ਵਿੱਚ ਜੋ ਇਸ ਵਕਤ ਕੋਵਿਡ ਦੇ ਕਰਕੇ ਜਿਹੜੇ ਵਪਾਰ ਨੇ, ਸਾਰੀ ਦੁਨੀਆ ਇਸ ਵਕਤ ਰੁਕੀ ਹੋਈ ਹੈ, ਪਰਮਾਤਮਾ ਮਿਹਰ ਕਰਨ ਉਸ ਦਾ ਖਾਤਮਾ ਹੋਵੇ। ਤੁਹਾਡੇ ਵਾਂਗੂ ਹੋਰ ਵੀ ਦੁਨੀਆ ਦੇ ਸੱਜਣ ਸੇਵਾ ਭਾਵਨਾ ਵਾਲੇ ਪਾਸੇ ਆਉਣ। ਤੁਸੀਂ ਸਾਡੇ ਨਾਲ ਵਕਤ ਸਾਂਝਾ ਕੀਤਾ। ਦਵਿੰਦਰ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।